उद्यम कर लागे बहु भांति, बिच रह अनक शास्त्र बहु खटुआ। भस्म लगाए तीर्थ बहु भ्रमते, सूखम देह बांधे बहु जटुआ। बिन हर भजन सगल दुख पावत, यों प्रेम बढ़ाए सूत के हटुआ। पूजा चक्र करत सोम पाका, अनक पांत था टह कर थटुआ। कलयुग के अवतार, नाम के बोहे जहरा झूर हाजरा हजूर जागत जोत। तख्त चवर दे मालिक साहब श्री गुरु ग्रंथ साहिब जीओ, आप जी को डंडौत बंदन अनेक बार। गुरु पातशाह जी के गृह स्वरूप गुरु प्यारी साध संगत जीओ, फतेह प्रवान करो। वाहिगुरु जी का खालसा, वाहिगुरु जी की फतेह। ਆਪਾਂ ਸ਼ਬਦ ਵਿਚਾਰ ਪ੍ਰਾਰੰਭ ਕਰਾਂਗੇ ਜੋ ਅੱਜ ਮੁੱਖ ਵਾਕ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ, ਜਿੱਥੇ ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਸਹਿਤ ਅਨੇਕਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਅਸਥਾਨ 'ਤੇ ਤਕਰੀਬਨ 2:30 ਵਜੇ ਮਹਾਰਾਜ ਪ੍ਰਕਾਸ਼ਮਾਨ ਹੁੰਦਿਆਂ ਆਪਣੇ ਆਨੰਦ ਦੇ ਵਿੱਚ ਜੋ ਮੁੱਖ ਵਾਕ ਕੁੱਲ ਲੁਕਾਈ ਵਾਸਤੇ ਬਖਸ਼ਦੇ ਨੇ, ਉਹ ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 655 ਤੇ 656 ਤੇ ਸੁਭਾਇਮਾਨ ਹੈ। ਔਰ ਭਗਤ ਕਬੀਰ ਜੀ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਉਚਾਰਿਆ ਗਿਆ। ਭਗਤ ਜੀ ਕਹਿੰਦੇ ਨੇ ਸੋਰਠ ਰਾਗ ਦੇ ਵਿੱਚ, ਭਗਤ ਜੀ ਕਹਿੰਦੇ ਨੇ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ। ਮਾਰੇ ਕਹਿੰਦੇ ਨੇ ਕੀ ਪੜ੍ਹੀਏ ਤੇ ਕੀ ਸੁਣੀਏ ਉਹਨਾਂ ਵੇਦਾਂ ਪੁਰਾਣਾਂ ਨੂੰ। ਉਹਨਾਂ ਦੇ ਵਿੱਚ ਕੀ ਹੈ, ਤੱਤ ਸਾਰ ਕੀ ਹੈ, ਉਹਨਾਂ ਦਾ ਮਨੋਰਥ ਕੀ ਹੈ ਪੜ੍ਹਨ ਦਾ। ਵੇਖੋ, ਆਪਾਂ ਸਮਾਜ ਦੇ ਵਿੱਚ ਵਿਚਰਦੇ ਹਾਂ, ਕਿਤੇ ਆਉਂਦੇ ਜਾਂਦੇ ਹਾਂ, ਕੋਈ ਕੰਮ ਕਾਰਜ ਕਰਦੇ ਹਾਂ ਤਾਂ ਉਹਦਾ ਕੋਈ ਨਾ ਕੋਈ ਮਨੋਰਥ ਪਹਿਲੋਂ ਹੁੰਦਾ ਸਾਡੇ ਅੱਗੇ। ਅਸੀਂ ਮੰਨ ਲਓ ਇੱਥੋਂ ਬੱਸ ਫੜ ਕੇ ਰੋਪੜ ਜਾਣਾ ਤਾਂ ਕੋਈ ਮਨੋਰਥ ਹੈ, ਕਿਸੇ ਸੱਜਣ ਮਿੱਤਰ ਨੂੰ ਮਿਲਣਾ ਹੈ, ਕੋਈ ਵਿਆਹ ਸ਼ਾਦੀ 'ਤੇ ਜਾਣਾ ਹੈ, ਮਨੋਰਥ ਹੈ, ਕੋਈ ਕੰਮ ਕਾਜ ਹੈ, ਕਿਸੇ ਦੇ ਕੰਮ 'ਤੇ ਜਾਣਾ ਹੈ, ਮਨੋਰਥ ਹੈ। ਗੁਰੂ ਘਰ ਆਏ ਹਾਂ ਆਪਾਂ, ਮਨੋਰਥ ਸਾਧ ਕੇ ਆਏ ਹਾਂ। ਇਹ ਫਲਾਣੀ ਮੰਗ ਅੱਜ ਗੁਰੂ ਅੱਗੇ ਰੱਖਣੀ ਹੈ, ਨਿਤਨੇਮ ਕਰਨਾ ਹੈ, ਉੱਥੇ ਪ੍ਰਭਾਵਿਤ ਹੋਣਾ ਉਹਨਾਂ ਰੂਹਾਂ ਦੀ ਔਰੇ ਤੋਂ। ਵੱਖ ਵੱਖ ਆਪਣੇ ਸਾਰਿਆਂ ਦੇ ਮਨੋਰਥ ਹੈ, ਨਿਤਨੇਮ ਹੈ, ਨਿਤਨੇਮ ਪੂਰਨ ਕਰਨਾ ਹੈ ਆਉਣ ਦਾ। ਸੋ ਇਸੇ ਤਰੀਕੇ ਦੇ ਨਾਲ ਕਬੀਰ ਸਾਹਿਬ ਫਰਮਾਨ ਕਰਦੇ ਨੇ ਕਿ ਉਹ ਵੇਦ ਪੁਰਾਣ ਜਿਹੜੇ ਸ਼ਾਸਤਰ ਨੇ, ਮੈਂ ਉਹਨਾਂ ਨੂੰ ਕਿਉਂ ਪੜ੍ਹਾਂ, ਕੀ ਮਨੋਰਥ ਹੈ ਪੜ੍ਹਨ ਦਾ, ਕੀ ਹਾਸਲ ਕੀ ਹੋਏਗਾ, ਮੈਂ ਉਸ ਦੇ ਵਿੱਚੋਂ ਲਵਾਂਗਾ ਕਿ ਮੇਰੇ ਵਿੱਚ ਵਰਿੱਧੀ ਕੀ ਹੋਵੇਗੀ, ਮੈਂ ਉਹਨਾਂ ਦੇ ਨੂੰ ਪੜ੍ਹ ਕੇ ਆਪਣਾ ਸਮਾਂ ਵੀ ਲਗਾਵਾਂ ਤੇ ਸਮੇਂ ਲਗਾਉਣ ਦਾ ਮੇਰਾ ਅੰਤ ਤੈ ਮੈਨੂੰ ਲਾਭ ਕੀ ਹੋਏਗਾ। ਕਿਆ ਪੜ੍ਹੀਏ ਕਿਆ ਸੁਣੀਏ, ਕੀ ਉਹਨਾਂ ਨੂੰ ਸੁਣ ਕੇ ਵੀ ਮੈਂ ਕੀ ਕਰਾਂਗਾ। ਚਲੋ ਪੜ੍ਹਨ ਤੇ ਤਾਂ ਫਿਰ, ਸੁਣ ਕੇ ਵੀ ਮੈਂ ਕਹਿੰਦੇ ਕੀ ਕਰਾਂਗਾ। ਪੜ੍ਹੇ ਸੁਣੇ ਕਿਆ ਹੋਈ, ਕੀ ਹੋਏਗਾ, ਅੰਤ ਨੂੰ ਕੀ ਹੋਏਗਾ। ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਉਹ ਵੇਦ ਪੁਰਾਣ ਪੜ੍ਹਨ ਦਾ ਮੇਰਾ ਮਨੋਰਥ ਹੈ, ਉਹ ਪਰਮੇਸ਼ਰ ਅਕਾਲ ਪੁਰਖ ਨੂੰ ਮਿਲਣਾ, ਉਹਦੇ ਨਾਲ ਵਿਲੀਨ ਹੋਣਾ, ਉਹਦੇ ਨਾਲ ਇੱਕ ਮਿਕ ਹੋਣਾ, ਪਰਮੇਸ਼ਰ ਹੋਣਾ। ਤੇ ਵੇਦ ਪੁਰਾਣ ਤਾਂ ਉਸ ਰਾਹ ਤੇ ਮੈਨੂੰ ਲੈ ਨਹੀਂ ਜਾਂਦੇ। ਉਹ ਤਾਂ ਸੰਪੂਰਨਤ ਹੈ, ਇਹ ਕਰ ਇਹ ਨਾ ਕਰ, ਧਾਰਮਿਕ ਪ੍ਰਕਿਰਿਆਵਾਂ ਤੋਂ ਉੱਤੇ ਉੱਠਦੇ ਹੀ ਨਹੀਂ। ਤੇ ਮੈਂ ਉਹਨਾਂ ਨੂੰ ਪੜ੍ਹ ਕੇ ਤਾਂ ਪਰਮੇਸ਼ਰ ਦੇ ਰਾਹ ਦੇ ਉੱਤੇ ਚੱਲ ਹੀ ਨਹੀਂ ਸਕਦਾ, ਮੈਂ ਉਸ ਪਰਮੇਸ਼ਰ ਨੂੰ ਮਿਲ ਨਹੀਂ ਸਕਦਾ। ਤੇ ਫਿਰ ਉਹਨਾਂ ਨੂੰ ਪੜ੍ਹਨ ਦਾ, ਸੁਣਨ ਦਾ, ਉਹਨਾਂ ਦੇ ਅੱਗੇ ਆਪਣਾ ਵਕਤ ਜ਼ਾਇਆ ਕਰਨ ਦਾ ਮੈਨੂੰ ਲਾਭ ਕੀ ਹੈ। ਹਰ ਕਾ ਨਾਮ ਨਾ ਜਪਸ ਗਵਾਰਾ। ਕਬੀਰ ਸਾਹਿਬ ਕਹਿੰਦੇ ਨੇ
ਜਿਹਨੇ ਉਸ ਪ੍ਰਭੂ ਦਾ ਨਾਮ ਨਹੀਂ ਜਪਿਆ ਉਹ ਗਵਾਰ ਉਹਨੂੰ ਕਿਹਾ। ਕਿੱਡਾ ਵੱਡਾ ਮਹਾਰਾਜ ਭਗਤ ਕਬੀਰ ਜੀ ਨੇ ਇਹ ਲਫ਼ਜ਼ ਵਰਤਿਆ ਉਸ ਮਨੁੱਖ ਪਰ ਥਾਈਂ, ਕਹਿੰਦੇ ਉਹ ਮੂਰਖ ਹੈ, ਗਵਾਰ ਹੈ, ਜਿਹੜਾ ਨਾਮ ਨਹੀਂ ਜਪਦਾ। ਕਹਿਣਾ ਨਹੀਂ ਚਾਹੀਦਾ, ਕਹਿੰਦੇ ਜਿਹੜੇ ਵੇਦਾਂ ਪੁਰਾਣਾਂ ਨਾਲ ਹੀ ਲੱਗੇ ਰਹਿੰਦੇ ਨੇ ਉਹਨਾਂ ਨੂੰ ਇਹ ਪੜ੍ਹੀ ਜਾਂਦੇ ਨੇ, ਪ੍ਰਭੂ ਦਾ ਨਾਮ ਨਹੀਂ ਜਪਦੇ, ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਜੁੜ ਬੈਠਦੇ, ਉਹ ਗਵਾਰ ਨੇ, ਉਹ ਮੂਰਖ ਨੇ, ਕੋਈ ਫਾਇਦਾ ਨਹੀਂ। ਅੱਗੇ ਕੀ ਕਹਿੰਦੇ ਨੇ ਮਹਾਰਾਜ, ਕਹਿੰਦੇ ਅੰਧਿਆਰੇ ਦੀਪਕ ਚਾਹੀਏ। ਹੁਣ ਜੇ ਇੱਥੇ ਹਨੇਰਾ ਹੋ ਜਾਵੇ, ਇਸ ਹਾਲ ਦੇ ਵਿੱਚ ਹਨੇਰਾ ਹੋਵੇ ਤਾਂ ਕੀ ਚੀਜ਼ ਦੀ ਲੋੜ ਹੈ? ਇੱਕ ਦੀਪਕ ਦੀ ਲੋੜ ਹੈ। ਰੌਸ਼ਨੀ ਕਰਨ ਵਾਸਤੇ ਇੱਕ ਬਲਬ ਜਾਂ ਇੱਕ ਦੀਪਕ ਦੀ ਲੋੜ ਹੈ, ਤਾਂ ਜੋ ਇਸ ਹਾਲ ਦੇ ਵਿੱਚ ਚਾਨਣਾ ਹੋ ਜਾਏ। ਇਸੇ ਤਰੀਕੇ ਦੇ ਨਾਲ ਸਾਡੇ ਘਟਾਂ ਦੇ ਵਿੱਚ, ਸਾਡੇ ਜ਼ਿਹਨ ਦੇ ਵਿੱਚ, ਸਾਡੀ ਆਤਮਾ ਦੇ ਉੱਤੇ ਹਨੇਰਾ ਛਾਇਆ ਹੋਇਆ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ ਔਰ ਮਾਇਆ ਦਾ। ਕਹਿੰਦੇ ਇਸ ਹਨੇਰੇ ਲਈ ਵੀ ਇੱਕ ਦੀਪਕ ਦੀ ਲੋੜ ਹੈ। ਅੰਧਿਆਰੇ ਦੀਪਕ ਚਾਹੀਏ, ਇੱਕ ਚਾਹਤ ਹੈ ਇੱਕ ਦੀਪਕ ਦੀ, ਉਹ ਜੋ ਰੌਸ਼ਨੀ ਕਰ ਦੇਵੇ, ਉਹ ਜੋ ਰੋਸ਼ਨਾ ਦੇਵੇ, ਇਸ ਹਨੇਰੇ ਨੂੰ ਦੂਰ ਕਰ ਦੇਵੇ। ਇੱਕ ਵਸਤ ਅਗੋਚਰ ਲਈ ਹੈ, ਇੱਕੋ ਵਸਤੂ ਐਸੀ ਚਾਹੀਦੀ ਹੈ ਜੋ ਅਗੋਚਰ ਹੈ। ਅਗੋਚਰ ਭਾਵ ਜਿਸ ਦਾ ਗਿਆਨ ਇੰਦਰੀਆਂ ਦੀ ਜਿਸ ਤੇ ਤੱਕ ਪਹੁੰਚ ਨਹੀਂ ਹੈ, ਉਹ ਵਸਤ ਚਾਹੀਦੀ ਹੈ, ਉਹ ਚੀਜ਼ ਚਾਹੀਦੀ ਹੈ ਜੋ ਇੱਕ ਅਨੂਪ ਹੈ, ਵਿਲੱਖਣ ਹੈ। ਵਸਤ ਅਗੋਚਰ ਪਾਈ। ਹੁਣ ਕੀ ਹੋਇਆ ਜੀ? ਕਬੀਰ ਜੀ ਕਹਿੰਦੇ ਮੈਂ ਤਾਂ ਉਹ ਵਸਤ ਅਗੋਚਰ ਜਿਹੜੀ ਅਲੱਭ ਵਸਤੂ ਸੀ ਉਹ ਪਾ ਲਈ, ਉਸ ਨੂੰ ਧਾਰਨ ਕਰ ਲਿਆ, ਉਹ ਮੈਂ ਲਾਭਰਤ ਹੋ ਗਿਆ। ਉਹ ਜਿਹੜੀ ਅਗੋਚਰ ਅਲੱਭ ਵਸਤੂ ਸੀ ਨਾਮ ਦੀ, ਮੈਂ ਉਹ ਪਾ ਲਈ। ਵੇਖੋ ਇੱਥੇ ਇੱਕ ਤੁਲਨਾ ਬਣਦੀ ਹੈ। ਜਦੋਂ ਨਾਮ ਤੁਲ ਕਛ ਅਵਰ ਨਾ ਹੋਈ, ਭਗਤ ਜੀ ਕਹਿੰਦੇ ਇਹਨਾਂ ਨੂੰ ਵੇਦਾਂ ਪੁਰਾਣਾ ਪੜ੍ਹਿਆਂ ਤੇ ਕੀ ਲੋੜ ਹੈ? ਮੈਨੂੰ ਤਾਂ ਉਹ ਵਸਤ ਅਗੋਚਰ ਜਿਹੜੀ ਹੈ ਜਿਸ ਨੇ ਮੇਰੇ ਅੰਦਰ ਨੂੰ ਰੋਸ਼ਨਾ ਦਿੱਤਾ, ਮੈਨੂੰ ਉਹ ਮਿਲ ਗਈ। ਅਸੀਂ ਆਪਣੇ ਅੰਦਰ ਝਾਤੀਆਂ ਮਾਰ ਲਈਏ। ਅੱਜ ਦੀ ਡੇਟ ਦੇ ਵਿੱਚ ਅਸੀਂ ਜਿਹੜੀ ਸਮਾਜਿਕ ਪੜ੍ਹਾਈਆਂ ਨੇ ਨਾ ਜੀ, ਉਹਨਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ ਗੁਰਮਤ ਪੜ੍ਹਾਈ ਨਾਲੋਂ, ਗੁਰਮਤ ਗਿਆਨ ਨਾਲੋਂ। ਅਸੀਂ ਇਸ ਨੂੰ ਸੈਕੰਡਰੀ ਸਮਝਦੇ ਹਾਂ। ਲੇਕਿਨ ਜਿਸ ਮਨੁੱਖ ਨੇ ਇਹ ਪ੍ਰਾਇਮਰੀ ਰੱਖੀ ਹੈ, ਉਹ ਜੋ ਸੈਕੰਡਰੀ ਹੈ ਸਮਾਜਿਕ ਪੜ੍ਹਾਈ, ਉਹ ਆਪਣੇ ਆਪ ਹੀ ਆ ਜਾਣੀ ਹੈ। ਉਸ ਦੇ ਲਈ ਸਾਨੂੰ ਤਸ਼ੱਦਦ ਐਫਰਟ ਕਰਨ ਦੀ ਲੋੜ ਨਹੀਂ ਪੈਣੀ। ਕਿਉਂ? ਉਸ ਦੇ ਵਾਸਤੇ 3 ਚੀਜ਼ਾਂ ਦੀ ਲੋੜ ਹੈ: ਨੌਲੇਜ, ਵਿਜ਼ਡਮ ਐਂਡ ਕੰਸੈਂਟਰੇਸ਼ਨ। ਸੁਮਤ, ਗਿਆਨ ਅਤੇ ਧਿਆਨ। ਇਹ ਜਿਹੜੀਆਂ ਸਮਾਜਿਕ ਪੜ੍ਹਾਈਆਂ ਨੇ, ਇਹਨਾਂ ਨੂੰ ਧਾਰਨ ਕਰਨ ਵਾਸਤੇ ਇਹ 3 ਚੀਜ਼ਾਂ ਚਾਹੀਦੀਆਂ ਨੇ। ਔਰ ਅਸੀਂ ਉਹ 3 ਚੀਜ਼ਾਂ ਲੈਣ ਤੋਂ ਬਿਨਾਂ ਹੀ ਉਸ ਜਿਹੜੀ ਸਮਾਜਿਕ ਪੜ੍ਹਾਈ ਆ ਉਸ ਦੇ ਉੱਤੇ ਮੱਥਾ ਮਾਰਦੇ ਰਹਿੰਦੇ ਆ। ਇਸੇ ਕਰਕੇ ਜਿਹੜੇ ਸਾਡੇ ਬੱਚੇ ਨੇ ਉਹ ਖੱਪ ਵੀ ਜਾਂਦੇ ਨੇ, ਉਹ ਟੁੱਟ ਵੀ ਜਾਂਦੇ ਨੇ, ਥੱਕ ਜਾਂਦੇ ਨੇ। ਲੇਕਿਨ ਮਹਾਰਾਜ ਕੀ ਕਹਿੰਦੇ ਨੇ, ਇਹ ਜਿਹੜੀਆਂ 3 ਚੀਜ਼ਾਂ ਨੇ ਉਹ ਤਾਂ ਮੇਰੇ ਕੋਲ ਆ ਜਾ ਤੈਨੂੰ ਦਵਾਂ। ਸੁਖਮਨੀ ਸਾਹਿਬ ਦਾ ਆਪਾਂ ਨਿਤ ਪਾਠ ਕਰਦੇ ਹਾਂ, ਲੇਕਿਨ ਨਾਲ ਵਿਚਾਰੀਏ ਵੀ ਸੁਖਮਨੀ ਸਾਹਿਬ 'ਚ ਕੀ ਕਹਿੰਦੇ ਨੇ। ਪੰਚਮ ਪਾਤਸ਼ਾਹ ਕਹਿੰਦੇ ਨੇ, ਸੁਮਤ, ਗਿਆਨ, ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੇ ਸੇ। ਨਿਤ ਸਾਨੂੰ ਆਦੇਸ਼ ਕਰਦੇ ਨੇ। ਕਹਿੰਦੇ ਜਿਹਨੇ 3 ਚੀਜ਼ਾਂ ਨੇ, ਪਹਿਲਾਂ ਉਸ ਦਾ ਧਿਆਉਣਾ ਤਾਂ ਕਰ ਲੈ। ਸਾਡਾ ਸਭ ਤੋਂ ਪਹਿਲੋਂ ਸਾਡੇ ਬੱਚਿਆਂ ਨੂੰ ਇਹਨੂੰ ਗੁਰਮਤ ਵੱਲ ਲਾਉਣ ਦਾ ਸਾਡਾ ਅਕੀਦਾ ਚਾਹੀਦਾ ਹੈ। ਸਮਾਜਿਕ ਪੜ੍ਹਾਈ ਬਾਅਦ ਚੋਂ।
ਉਹ ਬੜੇ ਆਰਾਮ ਨਾਲ ਹੋ ਜਾਏਗੀ ਜੇ ਅਸੀਂ ਇਸ ਤਰੀਕੇ ਦੇ ਨਾਲ ਜੋ ਮਹਾਰਾਜ ਕਹਿੰਦੇ ਨੇ ਉਸ ਹਿਸਾਬ ਨਾਲ ਚੱਲੀਏ। ਸਭ ਤੋਂ ਪਹਿਲਾਂ ਬੱਚਿਆਂ ਨੂੰ ਗੁਰੂ ਦੇ ਨਾਲ ਜੋੜੋ। ਗੁਰੂ ਕੀ ਕਹਿੰਦਾ ਹੈ ਉਹ ਦੱਸੋ, ਉਹਨਾਂ ਨੂੰ ਉਸ ਖੋਜ ਤੇ ਲਗਾਓ। ਜਿਸ ਦਿਨ ਉਹ ਲੱਗ ਗਏ ਨਾ ਜੀ, ਉਹਨਾਂ ਦੇ ਕਪਾਟ ਖੁੱਲ੍ਹਣੇ ਸ਼ੁਰੂ ਹੋਣਗੇ ਔਰ ਅਸਲ ਵਿਦਿਆ ਜੋ ਹੈ ਉਹ ਹਾਸਲ ਹੋ ਜਾਏਗੀ। ਦੇਖੋ, ਇਹ ਜੋ ਗੁਰਮਤਿ ਹੈ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ, ਜਿਤਨਾ ਵੀ ਹੈ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ, ਇਹ ਬਾਣੀ ਕੀ ਹੈ? ਇਹ ਬਾਣੀ ਪਰਮੇਸ਼ਰ ਦਾ ਨਾਮ ਹੈ ਔਰ ਲਿਖੀ ਕਿਹਨਾਂ ਨੇ ਹੈ? ਜਿਹੜੇ ਪਰਮੇਸ਼ਰ ਹੋ ਗਏ ਆਪ। ਲੇਕਿਨ ਜੋ ਸਮਾਜਿਕ ਪੜ੍ਹਾਈ ਹੈ ਉਹ ਤਾਂ ਆਪਣੇ ਆਪ ਨੂੰ ਅਕਲਮੰਦ ਸਮਝਦਾ ਬੰਦਾ ਜਿਹੜਾ ਪਰਮੇਸ਼ਰ ਨਾਲ ਮਿਲਿਆ ਵੀ ਨਹੀਂ, ਉਹਨੇ ਰਚਤੀਆਂ ਗੱਲਾਂ। ਉਹ ਸੱਚ ਵੀ ਹੋ ਸਕਦੀ ਹੈ, ਝੂਠ ਵੀ ਹੋ ਸਕਦੀ ਹੈ। ਅੱਜ ਸੱਚ ਹੈ, ਹੋ ਸਕਦਾ ਕੱਲ੍ਹ ਨੂੰ ਝੂਠ ਹੋਵੇ। ਕਿਸੇ ਸਮੇਂ ਬਾਈਬਲ ਇਹ ਕਹਿੰਦੀ ਸੀ ਕਿ ਧਰਤੀ ਚੌਰਸ ਹੈ। ਕਿਸੇ ਸਮੇਂ ਇਹ ਜਾਣਿਆ ਜਾਂਦਾ ਸੀ ਕਿ ਧਰਤੀ ਦੇ ਆਲੇ ਦੁਆਲੇ ਸੂਰਜ ਘੁੰਮਦਾ, ਤੇ ਅੱਜ ਕੀ ਹੈ? ਕਿਸੇ ਸਮੇਂ ਇਹ ਜਾਣਿਆ ਜਾਂਦਾ ਸੀ ਕਿ ਇਹ ਧਰਤੀ ਕੇਵਲ ਇੱਕੋ ਹੀ ਹੈ। ਤੇ ਬਾਬਾ ਨਾਨਕ ਕੀ ਕਹਿ ਗਿਆ? ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ, ਓੜਕ ਓੜਕ ਭਾਲ ਥਕੇ ਵੇਦ ਕਹਿ ਨਿਖਬਾਤ। ਹੁਣ ਉਹ ਵੇਦਾਂ ਨੂੰ ਕਬੀਰ ਜੀ ਕਹਿੰਦੇ ਮੈਂ ਕੀ ਪੜ੍ਹਾਂ, ਜਿਹੜੇ ਇੱਕੋ ਹੀ ਗੱਲ ਦੇ ਉੱਤੇ ਡਟੇ ਪਏ ਨੇ। ਬਾਬਾ ਕਹਿੰਦਾ ਇਹ ਚੀਜ਼ਾਂ, ਇਹ ਤਾਂ ਪਤਾ ਨਹੀਂ ਕਿੰਨੀਆਂ ਲੱਖਾਂ ਨੇ ਪਈਆਂ ਨੇ, ਕਿੰਨੀਆਂ ਧਰਤੀਆਂ ਨੇ, ਕਿੰਨੇ ਆਕਾਸ਼ ਨੇ ਤੇ ਕਿੰਨੇ ਹੀ ਪਤਾਲ ਨੇ। ਉਹ ਝੂਠ ਹੋ ਗਏ ਨਾ ਜੀ ਸਾਬਤ। ਕਿਸੇ ਸਮੇਂ ਇਹੀ ਸਾਇੰਸਦਾਨਾਂ ਦੇ ਨੇ ਇਹ ਲਿਖਿਆ ਸੀ। ਸੋ ਅਸਲ ਜੋ ਸੱਚ ਹੈ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਕਿਉਂ? ਜਿਸ ਨੇ ਇਹ ਸੰਸਾਰ ਰਚਿਆ ਉਸੇ ਦੀ ਇਹ ਬਾਣੀ ਹੈ, ਉਸੇ ਦਾ ਇਹ ਨਾਮ ਹੈ। ਇਸ ਤੋਂ ਉੱਤੇ ਸੱਚ ਹੋ ਹੀ ਨਹੀਂ ਸਕਦਾ ਔਰ ਇਸ ਤੋਂ ਇਲਾਵਾ ਵੀ ਸੱਚ ਕੋਈ ਨਹੀਂ ਹੈ। ਸੋ ਇਸ ਸੱਚ ਨੂੰ ਜਾਣ ਕੇ ਅਸੀਂ ਸਭ ਤੋਂ ਪਹਿਲਾਂ ਇਸ ਦੀ ਪੜ੍ਹਾਈ ਵੱਲ ਲੱਗੀਏ। ਸਮਾਜਿਕ ਪੜ੍ਹਾਈ ਸਾਡੀ ਫਲੂਐਂਸੀ ਦੇ ਨਾਲ ਚੱਲੇਗੀ। ਸਾਨੂੰ ਅਕਲ ਆ ਜਾਏਗੀ, ਸਾਨੂੰ ਸੁਮਤ ਆ ਜਾਏਗੀ, ਸਾਡੇ ਦਿਮਾਗ ਰੋਸ਼ਨ ਹੋ ਜਾਣਗੇ, ਸਾਨੂੰ ਗਿਆਨ ਦਾ ਪਦਾਰਥ ਮਿਲ ਜਾਏਗਾ। ਜਿਸ ਪਦਾਰਥ ਦੀ ਕਬੀਰ ਜੀ ਨੇ ਵੀ ਇਸ ਸ਼ਬਦ ਦੇ ਵਿੱਚ ਜਾਚਨਾ ਕੀਤੀ ਹੈ, ਜਿਸ ਨੂੰ ਕਿਹਾ ਇੱਕ ਵਸਤ ਅਗੋਚਰ ਚਾਹੀਏ। ਇਹੀ ਇੱਕ ਵਸਤ ਹੈ। ਸੱਚੇ ਦਾ ਸੱਚਾ ਗਿਆਨ ਇੱਕ ਵਸਤ ਹੈ। ਲੇਕਿਨ ਹਾਂ, ਇੱਕ ਚੀਜ਼ ਹੋਰ ਹੈ। ਗੁਰੂ ਘਰ ਆ ਕੇ ਮੱਥੇ ਟੇਕ ਕੇ ਪ੍ਰਕਰਮਾ ਕਰਕੇ ਮਾਫ ਕਰਨਾ, ਦੋਵੇਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ, ਇਹ ਚੀਜ਼ ਨਹੀਂ ਹਾਸਲ ਹੋਣੀ ਜਦੋਂ ਤੱਕ ਅਸੀਂ ਉਸ ਬਾਣੀ ਨੂੰ ਪੜ੍ਹਦੇ ਨਹੀਂ। ਅਸੀਂ ਕਹਿੰਦੇ ਹਾਂ ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਲੇਕਿਨ ਉਸ ਸਤਿਕਾਰ ਦਾ ਸਾਨੂੰ ਪਤਾ ਹੀ ਨਹੀਂ ਅਸੀਂ ਕਿਉਂ ਕਰਦੇ ਹਾਂ। ਉਹ ਹੈ ਕੀ? ਉਹਦੇ ਵਿੱਚ ਕੀ ਚੀਜ਼ ਹੈ? ਜਦੋਂ ਤੱਕ ਉਸ ਨੂੰ ਬਾਣੀ ਨੂੰ ਪੜ੍ਹਾਂਗੇ ਨਹੀਂ, ਰਿੜਕਾਂਗੇ ਨਹੀਂ, ਜਿਹਨੂੰ ਮਹਾਰਾਜ ਕਹਿੰਦੇ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਜਦੋਂ ਤੱਕ ਇਹ ਕੰਮ ਨਹੀਂ ਕਰਦੇ ਉਦੋਂ ਤੱਕ ਸਾਡਾ ਇੱਕ ਕਰਮ ਕਾਂਡ ਹੀ ਹੈ ਮਾਫ ਕਰਨਾ। ਅਸੀਂ ਮੱਥੇ ਟੇਕਦੇ ਹਾਂ, ਪ੍ਰਕਰਮਾ ਕਰਕੇ ਚਲੇ ਜਾਂਦੇ ਹਾਂ, ਇਹ ਇੱਕ ਕਰਮ ਕਾਂਡ ਹੀ ਹੈ। ਜਦੋਂ ਤੱਕ ਇਸ ਕਰਮ ਦੇ ਨਾਲ ਪ੍ਰਭੂ ਪਰਮੇਸ਼ਰ ਦਾ ਨਾਮ ਨਹੀਂ ਜੁੜਦਾ, ਲੱਖਾਂ ਯੱਗ ਕਰੀ ਚੱਲੋ। ਇੱਕ ਰਾਜਾ ਸੀ, ਉਹ ਹਰ ਸਾਲ ਯੱਗ ਕਰਿਆ ਕਰਦਾ ਸੀ। ਗਰੀਬਾਂ ਨੂੰ ਖਵਾਉਣਾ, ਕੋਈ ਭੁੱਖਾ ਨਹੀਂ ਸੀ ਛੱਡਦਾ। ਆਪਣੇ ਇਲਾਕੇ 'ਚ ਆਲੇ ਦੁਆਲੇ ਫੌਜਾਂ ਭਜਵਾ ਦਿੰਦਾ ਸੀ ਵੀ ਦੇਖੋ ਕੋਈ ਭੁੱਖਾ ਨਾ ਰਹਿ ਗਿਆ ਹੋਵੇ। ਸਾਰਿਆਂ ਯੱਗ ਕਰਦਾ ਸੀ। ਸੋਚਦਾ ਸੀ ਮੈਂ ਬੜਾ ਧਾਰਮਿਕ ਬੰਦਾ, ਬੜੇ ਧਾਰਮਿਕ ਕਾਰਜ ਕਰਦਾ।
ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਉਸ ਦੀ ਰਿਆਸਤ ਦੀ ਜੂਹ ਦੇ ਵਿੱਚ ਆ ਕੇ ਬਹਿ ਗਏ। ਰਾਜੇ ਦਾ ਯੱਗ ਚੱਲ ਰਿਹਾ ਹੈ। ਯੱਗ ਦੀ ਸੰਪੂਰਨਤਾ ਦੇ ਨੇੜੇ ਰਾਜੇ ਨੇ ਫਿਰ ਉਹੀ ਐਲਾਨ ਕੀਤਾ ਵੀ ਜਾਓ ਸਾਰੇ ਰਿਆਸਤ ਵਿੱਚ ਦੇਖ ਕੇ ਆਓ, ਕੋਈ ਰਹਿ ਤਾਂ ਨਹੀਂ ਗਿਆ। ਜਦੋਂ ਅਹਿਲਕਾਰ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਗਏ, ਨਾਲ ਬਾਬਾ ਜੀ ਦੇ ਭਾਈ ਸਾਹਿਬ ਭਾਈ ਮਰਦਾਨਾ ਜੀ ਤੇ ਭਾਈ ਸਾਹਿਬ ਭਾਈ ਬਾਲਾ ਜੀ ਬੈਠੇ ਨੇ ਆਪਣੇ ਆਨੰਦ ਦੇ ਵਿੱਚ। ਉਹਨਾਂ ਨੂੰ ਕਿਹਾ ਕਿ ਸਾਧੂ ਜਨ ਆਓ, ਰਾਜਨ ਨੇ ਯੱਗ ਕੀਤਾ, ਭੋਜਨ ਛਕ ਲਓ। ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਭੋਜਨ ਅਸੀਂ ਤਾਂ ਛਕਾਂਗੇ ਜੇ ਰਾਜਾ ਸਾਨੂੰ ਖੁਦ ਲੈਣ ਆਏਗਾ। ਅਹਿਲਕਾਰਾਂ ਨੇ ਜਾ ਕੇ ਰਾਜੇ ਨੂੰ ਦੱਸਿਆ। ਰਾਜਾ ਕਹਿੰਦਾ ਠੀਕ ਹੈ, ਕੋਈ ਐਡੀ ਗੱਲ ਨਹੀਂ, ਮੈਂ ਚੱਲਦਾ, ਯੱਗ ਤਾਂ ਸੰਪੂਰਨ ਕਰਨਾ ਹੈ। ਰਾਜਾ ਗਿਆ। ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਅਰਜ਼ੋਈ ਕੀਤੀ ਕਿ ਮਹਾਂਪੁਰਖੋ ਚੱਲੋ, ਪ੍ਰਸ਼ਾਦੇ ਛਕੋ। ਕਹਿੰਦੇ ਰਾਜਨ ਜ਼ਰੂਰ ਚੱਲਾਂਗੇ, ਪਰ ਪਹਿਲਾਂ ਸਾਡੀ ਇੱਕ ਗੱਲ ਦਾ ਜਵਾਬ ਦੇ। ਕਹਿੰਦੇ ਦੱਸੋ ਮਹਾਰਾਜ। ਕਹਿੰਦੇ ਕਿੰਨੇ ਸਾਲ ਹੋ ਗਏ ਤੈਨੂੰ ਯੱਗ ਕਰਦਿਆਂ? ਕਹਿੰਦਾ ਜੀ ਗਿਣਤੀ ਨਹੀਂ, ਜਦਾਂ ਮੈਂ ਸੋਝੀ ਸੰਭਾਲੀ ਉਦੋਂ ਦਾ ਯੱਗ ਕਰ ਹੀ ਰਿਹਾ, ਹਰ ਸਾਲ ਯੱਗ ਕਰਦਾ। ਬੜੇ ਮਾਣ 'ਚ ਉਹਨੇ ਕਿਹਾ, ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦਾ। ਕਹਿੰਦੇ ਬਸ? ਕਹਿੰਦਾ ਹਾਂਜੀ। ਕਹਿੰਦੇ ਨਾਮ ਜਪਦਾ ਹੁੰਨਾ? ਪ੍ਰਭੂ ਪਰਮੇਸ਼ਰ ਰਾਮ ਦਾ ਨਾਮ ਲੈਂਦਾ ਹੁੰਦਾ? ਕਹਿੰਦਾ ਮੈਨੂੰ ਕੀ ਲੋੜ ਹੈ ਜੀ, ਮੈਂ ਐਡਾ ਜੱਗ ਕਰਦਾ, ਮੈਂ ਕੋਈ ਮਾੜਾ ਕੰਮ ਕਰਦਾ ਨਹੀਂ, ਕਿਸੇ ਨੂੰ ਭੁੱਖਾ ਰਹਿਣ ਨਹੀਂ ਦਿੰਦਾ, ਸਾਰਿਆਂ ਦੀ ਲੋੜਾਂ ਪੂਰੀਆਂ ਕਰਦਾ, ਮੈਨੂੰ ਨਾਮ ਲੈਣ ਦੀ ਕੀ ਲੋੜ ਹੈ? ਕਹਿੰਦੇ ਰਾਜਨ ਨੇ ਇੱਕ ਕਾਗਜ਼ ਤੇ ਕਲਮ ਲਿਆ। ਕਾਗਜ਼ ਕਲਮ ਮੰਗਵਾਈ ਗਈ। ਕਹਿੰਦੇ ਇਹਦੇ ਤੇ ਸਿਫਰ ਵਾਧੇ, ਜ਼ੀਰੋ। ਰਾਜਨ ਨੇ ਸਿਫਰ ਵਾਧਤੀ। ਕਹਿੰਦੇ ਇਹਦਾ ਕੀ ਮੁੱਲ ਹੈ? ਕਹਿੰਦੇ ਮਹਾਰਾਜ ਸਿਫਰ ਦਾ ਕੀ ਹੋਣਾ, ਇਹ ਤਾਂ ਸਿਫਰ ਹੀ ਹੈ। ਕਹਿੰਦੇ ਇੱਕ ਹੋਰ ਵਾਧੇ। ਹੁਣ ਕੀ ਬਣਿਆ? ਕਹਿੰਦੇ ਕੁਛ ਵੀ ਨਹੀਂ। ਕਹਿੰਦੇ ਹੋਰ ਲਾ ਦੇ, 5-4 ਹੋਰ ਜ਼ੀਰੋਆਂ ਲਵਾਤੀਆਂ। ਕਹਿੰਦੇ ਕੀ ਬਣਿਆ? ਕਹਿੰਦੇ ਜੀ ਕੁਛ ਨਹੀਂ, ਜਿੰਨੇ ਮਰਜ਼ੀ ਸਿਫਰ ਲਵਾਈ ਚਲੋ, ਸਿਫਰ ਨੇ ਤਾਂ ਸਿਫਰ ਹੀ ਰਹਿਣਾ ਹੈ, ਇਹਦੇ ਨਾਲ ਕੁਛ ਨਹੀਂ ਹੋਣਾ। ਕਹਿੰਦੇ ਰਾਜਨ ਜਿਹੜੇ ਤੂੰ ਜੱਗ ਕਰ ਰਹੇ ਹੈ ਨਾ, ਇਹ ਸਿਫਰਾਂ ਹੀ ਇਕੱਠੀਆਂ ਕਰ ਰਹੇ। ਕਹਿੰਦੇ ਹੁਣ ਇੱਕ ਕੰਮ ਕਰ, ਇਹ ਸਿਫਰਾਂ ਦੇ ਮੂਹਰੇ ਏਕਾ ਲਗਾ ਦੇ। ਜਦੋਂ ਰਾਜੇ ਨੇ ਏਕਾ ਲਗਾਇਆ, ਕਹਿੰਦੇ ਹੁਣ ਇਹਦੀ ਕੀਮਤ ਦੱਸ। ਕਹਿੰਦੇ ਜੀ ਇਹ ਤਾਂ ਇੰਨੀਆਂ ਸਿਫਰਾਂ ਨੇ, ਇਹ ਤਾਂ ਬੇਅੰਤ ਹੋ ਗਿਆ, ਇਹਦੀ ਤਾਂ ਗਿਣਤੀ ਨਹੀਂ। ਕਹਿੰਦੇ ਬਸ ਆਹੀ ਗੱਲ ਹੈ, ਜਦੋਂ ਤੂੰ ਨਾਮ ਆਪਣੀ ਸੇਵਾ ਦੇ ਨਾਲ ਲਗਾਇਆ ਉਦੋਂ ਇਸ ਦਾ ਮੁੱਲ ਪੈਣਾ, ਉਦੋਂ ਇਸ ਦਾ ਮੁੱਲ ਅਗਣਤ ਵੀ ਬਣਨ ਦੀ ਤਿਆਰੀ ਹੋ ਜਾਣੀ ਹੈ। ਲੇਕਿਨ ਉਸ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਸਿਫਰ ਨੇ, ਜ਼ੀਰੋ ਨੇ। ਮਾफ़ ਕਰਨਾ, ਖਿਮਾ ਕਰਨਾ, ਇਹ ਇਕੱਲੇ ਉਸ ਰਾਜੇ ਨੂੰ ਨਹੀਂ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਉਹ ਕੋਈ ਮਹਾਂਪੁਰਖ ਗੁਰੂ ਸਾਹਿਬਾਨਾਂ ਨੇ ਜਿਤਨੀਆਂ ਵੀ ਇਹ ਘਟਨਾਵਾਂ ਘਟੀਆਂ ਨੇ, ਇਹ ਇਕੱਲੇ ਉਸ ਵਾਸਤੇ ਨਹੀਂ, ਸਾਡੇ ਵਾਸਤੇ ਵੀ ਨੇ, ਸਾਂਝੀ ਸਗਲ ਜਹਾਨੇ। ਸਾਨੂੰ ਵੀ ਇਸ ਦਾ ਸੰਕੇਤ ਹੈ, ਤਾਕੀਦ ਹੈ। ਅਸੀਂ ਸੋਚਦੇ ਹਾਂ ਅਸੀਂ ਸੇਵਾਵਾਂ ਕਰਦੇ ਹਾਂ, ਅਸੀਂ ਸੋਚਦੇ ਹਾਂ ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਸੋਚਦੇ ਹਾਂ ਅਸੀਂ ਪਤਾ ਨਹੀਂ ਕਿਤਨੇ ਕੁ ਜੋੜੇ ਝਾੜ ਲਏ, ਅਸੀਂ ਪਤਾ ਨਹੀਂ ਕਿਤਨੇ ਉੱਚੇ ਹੋ ਗਏ ਨਾ। ਜਦੋਂ ਤੱਕ ਨਾਮ ਨਹੀਂ ਹੈ ਨਾਲ, ਜਦੋਂ ਤੱਕ ਨਾਮ ਦੀ ਤਾਕੀਦ ਨਹੀਂ ਹੈ ਨਾਲ, ਜਦੋਂ ਤੱਕ ਨਾਮ ਦੀ ਸੁਮਤ ਨਹੀਂ ਹੈ, ਗਿਆਨ ਨਹੀਂ ਹੈ, ਧਿਆਨ ਨਹੀਂ ਹੈ ਨਾਲ, ਵਿਜ਼ਡਮ, ਨੌਲੇਜ ਐਂਡ ਕੰਸੈਂਟਰੇਸ਼ਨ ਨਹੀਂ ਹੈ ਨਾਮ ਦੀ ਦਿੱਤੀ ਹੋਈ, ਉਦੋਂ ਤੱਕ ਇਹ ਸਾਰੀਆਂ ਚੀਜ਼ਾਂ ਵਿਅਰਥ ਨੇ। ਉਦੋਂ ਤੱਕ ਇਹ ਸਾਰੀਆਂ, ਹੁਣ ਆਪਾਂ ਇੰਨੇ ਸੇਵਾਵਾਂ ਵੀ ਕਰਦੇ ਹਾਂ, ਲੋਕੀ ਕਹਿੰਦੇ ਪਤਾ ਨਹੀਂ ਕਿੰਨੀ ਦੇਰ ਅਸੀਂ ਸੇਵਾਵਾਂ ਕਰਦੇ ਰਹੇ ਲੇਕਿਨ ਫਲ ਕੁਛ ਨਹੀਂ ਮਿਲਦਾ। ਕਾਰਨ ਕੀ ਹੈ? ਕਾਰਨ ਇਹੋ ਹੀ ਹੈ, ਅਸੀਂ ਨਾਮ ਦੇ ਨੇੜੇ ਨਹੀਂ ਗਏ, ਨਾਮ ਨੂੰ ਨਹੀਂ ਖੋਜਿਆ, ਨਾਮ ਨੂੰ ਆਧਾਰ ਨਹੀਂ ਬਣਾਇਆ। ਇਹ ਨਹੀਂ ਪੁੱਛਿਆ ਵੀ ਗੁਰੂ ਕੀ ਕਹਿੰਦਾ ਹੈ, ਇਹ ਸੇਵਾਵਾਂ ਕਿਵੇਂ ਕਰਨੀਆਂ ਨੇ। ਸਗੋਂ
ਜਦੋਂ ਕਿਤੇ ਅਸੀਂ ਇਸ ਤਰੀਕੇ ਦੇ ਨਾਲ ਆਪਣੀ ਦੁਰਮਤ, ਮਾਫ ਕਰਨਾ, ਸਾਡੀ ਦੁਰਮਤੀ ਹੈ, ਜਦ ਤੱਕ ਅਸੀਂ ਗੁਰੂ ਦੇ ਮਤ ਨਹੀਂ ਲੈਂਦੇ, ਅਸੀਂ ਆਪਣੀ ਦੁਰਮਤ ਮੁਤਾਬਕ ਸੇਵਾਵਾਂ ਕਰਦੇ ਆ ਨਾ, ਸਾਡੇ ਵਿੱਚ ਇੱਕ ਬਹੁਤ ਵੱਡੀ ਚੀਜ਼ ਅੰਦਰ ਆ ਜਾਂਦੀ ਹੈ, ਉਹਨੂੰ ਕਹਿੰਦੇ ਆ ਹਉਮੈ, ਹੰਕਾਰ। ਔਰ ਉਹ ਹੰਕਾਰ ਸਾਡੀ ਸ਼ਖਸੀਅਤ ਦਾ ਜਦੋਂ ਹਿੱਸਾ ਬਣ ਜਾਂਦਾ ਹੈ ਤਾਂ ਗੁਰੂ ਤੋਂ ਅਸੀਂ ਮਾਫ ਕਰਨਾ ਬਹੁਤ ਦੂਰ ਚਲੇ ਜਾਂਦੇ ਹਾਂ। ਇਸ ਤੋਂ ਬਿਹਤਰ ਤਾਂ ਇਹੋ ਹੀ ਸੀ ਕਿ ਅਸੀਂ ਸੇਵਾਵਾਂ ਨਾ ਕਰਦੇ, ਜਿੱਥੇ ਸੀਗੇ ਉੱਥੇ ਤਾਂ ਖੜੇ ਰਹਿੰਦੇ। ਸੋ ਸੇਵਾਵਾਂ ਤਾਂ ਹੀ ਸਫਲ ਨੇ ਜੇ ਗੁਰੂ ਦਾ ਨਾਮ ਵਿੱਚ ਹੈ, ਜੇ ਗੁਰੂ ਦਾ ਨਾਮ ਨਾਲ ਹੈ। ਉਹ ਸਾਨੂੰ ਬਾਰ-ਬਾਰ ਸਮਝਾਏਗਾ, ਨਾ ਸੱਜਣਾ ਐਦਾਂ ਨਹੀਂ ਕਰਨਾ, ਇਉਂ ਸੇਵਾਵਾਂ ਕਰਨੀਆਂ। ਇਸ ਜਗ੍ਹਾ ਦੇ ਵਿੱਚ ਸਾਨੂੰ ਸਿੱਖਿਆ ਮਿਲੇਗੀ ਸੇਵਾ ਕਰਨੀ ਕਿਵੇਂ ਹੈ। ਇੱਥੇ ਤਾਂ ਸਿਰਫ ਅਸੀਂ ਸਿੱਖਿਆ ਲੈਣ ਆਏ ਹਾਂ। ਇਹ ਸਾਡਾ ਸਕੂਲ ਹੈ, ਕਾਲਜ ਯੂਨੀਵਰਸਿਟੀ ਹੈ ਸਾਡੀ। ਇਹ ਇੰਪਲੀਮੈਂਟੇਸ਼ਨ ਗਰਾਊਂਡ ਨਹੀਂ ਹੈ, ਇਹ ਕਾਰਜ ਖੇਤਰ ਨਹੀਂ ਹੈ ਸਾਡਾ ਸੇਵਾ ਦਾ, ਇਹ ਸਿੱਖਿਆ ਦਾ ਖੇਤਰ ਹੈ। ਕਾਰਜ ਖੇਤਰ ਕਿੱਥੇ ਹੈ ਉਹ ਵੀ ਗੁਰੂ ਤੋਂ ਪੁੱਛੀਏ ਆਪਾਂ। ਮਾਰੇ ਕਹਿੰਦੇ ਨਾ ਗੁਰਦੁਆਰੇ ਹੋਏ ਸੋਝੀ ਪਾਏ ਸੀ, ਇੱਥੋਂ ਤਾਂ ਸੋਝੀ ਲੈਣੀ ਹੈ ਅਸੀਂ, ਤੇ ਸੇਵਾਵਾਂ ਫਿਰ ਕਰਨੀਆਂ ਕਿੱਥੇ ਨੇ? ਮਾਰੇ ਕਹਿੰਦੇ ਵਿੱਚ ਦੁਨੀਆ ਸੇਵ ਕਮਾਈਏ। ਆਪਾਂ ਸਕੂਲਾਂ 'ਚ ਪੜ੍ਹਦੇ ਹਾਂ ਨਾ, ਸਕੂਲਾਂ 'ਚ ਪੜ੍ਹ ਕੇ ਕਮਾਈ ਤਾਂ ਨਹੀਂ ਹੁੰਦੀ ਕਿਸੇ ਨੂੰ, ਸਿੱਖਿਆ ਹਾਸਲ ਹੁੰਦੀ ਹੈ ਕੇਵਲ। ਉਹ ਕੁਝ ਕਮਾਉਂਦਾ ਤਾਂ ਨਹੀਂ ਹੈ, ਧਨ ਦੌਲਤ ਸਕੂਲ ਦੇ ਵਿੱਚੋਂ ਤਾਂ ਮਿਲਦੀ ਨਹੀਂ ਨਾ, ਕਮਾਈ ਨਹੀਂ ਹੁੰਦੀ। ਸੋ ਮਹਾਰਾਜ ਇਸੇ ਤਰੀਕੇ ਕਹਿੰਦੇ ਵਿੱਚ ਦੁਨੀਆ ਸੇਵ ਕਮਾਈਏ। ਜਿਵੇਂ ਇੱਕ ਬੱਚਾ ਸਕੂਲ 'ਚ ਪੜ੍ਹ ਕੇ ਬਾਹਰ ਸਮਾਜ ਦੇ ਵਿੱਚ ਜਾ ਕੇ ਸੇਵਾਵਾਂ ਕਰਦਾ ਫਿਰ ਕਮਾਈ ਹੁੰਦੀ ਹੈ, ਉਸੇ ਤਰੀਕੇ ਇਸ ਗੁਰਦੁਆਰੇ ਦੇ ਵਿੱਚ ਸੇਵਾਵਾਂ ਸਿੱਖ ਕੇ ਜਦੋਂ ਅਸੀਂ ਬਾਹਰ ਦੁਨੀਆ ਦੇ ਵਿੱਚ ਉਹ ਸੇਵਾਵਾਂ ਵਰਤਾਵਾਂਗੇ ਨਾ, ਫਿਰ ਕਮਾਈ ਹੈ, ਫਿਰ ਅਸਲ ਕਮਾਈ ਹਾਸਲ ਹੋਣੀ ਹੈ, ਫਿਰ ਗੱਲ ਬਣਨੀ ਸ਼ੁਰੂ ਹੋਣੀ ਹੈ, ਉਦੋਂ ਪਹਿਲੋਂ ਨਹੀਂ। ਹੁਣ ਮੇਰੇ ਸਮੇਤ ਆਪਾਂ ਅੰਦਰ ਝਾਤੀਆਂ ਮਾਰ ਲਈਏ, ਅਸੀਂ ਤਾਂ ਚੱਲੇ ਹੀ ਨਹੀਂ, ਜਾਂ ਅਸੀਂ ਪਿੱਛੇ ਨੂੰ ਤੁਰ ਪਏ। ਹਉਮੈ ਹੰਕਾਰ ਦੇ ਅਸੀਂ ਉੱਪਰ ਆਪਣੇ ਪਰਦੇ ਚਾੜ ਲਏ। ਅੱਛਾ, ਹੁਣ ਹਉਮੈ ਹੰਕਾਰ ਵੀ ਕੀ ਕਰਦਾ? ਦੇਖੋ, ਕੱਲਾ ਇਹ ਸਾਨੂੰ ਆਤਮਿਕ ਤੌਰ ਤੇ ਪਿੱਛੇ ਨਹੀਂ ਲੈ ਜਾਂਦਾ। ਇਹ ਜਿਤਨੇ ਵਿਕਾਰ ਨੇ ਨਾ ਜੀ, ਇਹ ਸਾਡੇ ਸਰੀਰ ਨੂੰ ਵੀ ਤੰਗ ਕਰਦੇ ਨੇ। ਇਹ ਸਾਡੇ ਸਰੀਰ ਦੇ ਰੋਗਾਂ ਦੇ ਜਨਮਦਾਤੇ ਨੇ। ਅਸੀਂ ਬਲੱਡ ਪ੍ਰੈਸ਼ਰ, ਅਸੀਂ ਸ਼ੂਗਰ, ਅਸੀਂ ਹੋਰ ਅਨੇਕਾਂ ਤਰੀਕੇ ਦੇ ਜੋ ਬਿਮਾਰੀਆਂ ਨੇ ਸਰੀਰ ਨੂੰ, ਉਸ ਦੀ ਦਵਾਈ ਲੈਣ ਲਈ ਡਾਕਟਰ ਕੋਲ ਜਾਂਦੇ ਹਾਂ। ਅਸੀਂ ਜਦੋਂ ਡਾਕਟਰ ਸਾਹਿਬ ਕੋਲ ਜਾਂਦੇ ਹਾਂ ਤਾਂ ਸਾਨੂੰ ਉਹ ਦਵਾਈ ਦਿੰਦਾ ਹੈ ਕਿ ਉਹ ਸਾਡੇ ਰੋਗ ਜਗੜਾਂ ਤੋਂ ਚੱਕੇ ਜਾਂਦੇ ਨੇ। ਥੋੜ੍ਹੇ ਸਮੇਂ ਬਾਅਦ ਕਦੇ ਫਿਰ ਉਤਪੰਨ ਹੋ ਜਾਂਦੇ। ਨਾਲੇ ਬਲੱਡ ਪ੍ਰੈਸ਼ਰ, ਸ਼ੂਗਰ ਤਾਂ ਡਾਕਟਰ ਕਹਿੰਦਾ ਕਦੇ ਮੁੱਖ ਖਤਮ ਹੀ ਨਹੀਂ ਹੋਣਾ, ਤੇ ਦਵਾਈ ਸਾਰੀ ਉਮਰ ਲੈਣੀ ਪੈਣੀ ਹੈ। ਥਾਇਰਾਇਡ ਦੀ ਵੀ ਸਾਰੀ ਉਮਰ ਲੈਣੀ ਪੈਣੀ ਹੈ। ਕਈ ਰੋਗ ਨੇ ਜੜ ਤਾਂ ਨਹੀਂ ਚੱਕਦੇ ਦਵਾਈਆਂ। ਜੜ ਕਿੱਥੇ ਹੈ? ਜੜ ਤਾਂ ਸੀ ਹਉਮੈ ਦੇ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਸੀ ਜੜ। ਕਿਸੇ ਡਾਕਟਰ ਨੂੰ ਜਾ ਕੇ ਕਹੋ ਮੇਰੇ ਹੰਕਾਰ ਬਹੁਤ ਆ ਗਿਆ, ਮੈਨੂੰ ਦਵਾਈ ਦੇ ਦੇਗਾ ਦਵਾਈ? ਹੈ ਉਸ ਕੋਲ? ਕਦੇ ਉਹਨੂੰ ਜਾ ਕੇ ਕਹੋ ਮੇਰੇ ਲੋਭ ਵੱਧ ਗਿਆ, ਕਾਮ ਵੱਧ ਗਿਆ, ਕ੍ਰੋਧ ਵੱਧ ਗਿਆ, ਜਿਹਦੇ ਨਾਲ ਮੈਂ ਵਿਚਲਿਤ ਹੁੰਨਾ, ਮੈਨੂੰ ਦਵਾਈ ਦੇ? ਹੈ ਉਸ ਕੋਲ? ਲੇਕਿਨ ਗੁਰੂ ਕੀ ਕਹਿੰਦਾ ਹੈ? ਗੁਰੂ ਕਹਿੰਦਾ ਸਰਬ ਰੋਗ ਕਾ ਔਖਦ ਨਾਮ। ਕਹਿੰਦੇ ਤੂੰ ਨਾਮ ਜਪ ਲੈ, ਤੇਰੇ ਸਾਰੇ ਰੋਗਾਂ ਦਾ ਨਿਬੇੜਾ ਹੋ ਜਾਏਗਾ। ਆਪਾਂ ਨਾਮ ਜਪ ਕੇ ਸੇਵਾਵਾਂ ਕਰੀਏ, ਸਾਡੇ 'ਚ ਹੰਕਾਰ ਨਹੀਂ ਹੋਣਾ। ਜੇ ਹੈਗਾ ਤਾਂ ਦੂਰ ਹੋ ਜਾਏਗਾ, ਨਿਮਾਣਤਾ ਆ ਜਾਏਗੀ। ਜਿੱਥੇ ਨਿਮਾਣਤਾ ਆ ਗਈ, ਉੱਥੇ ਸਾਡਾ ਮਨ ਵਿਚਲਿਤ ਨਹੀਂ ਹੋਏਗਾ।
ਸਾਡੇ ਮਨ 'ਚ ਕਾਹਲ ਨਹੀਂ ਹੋਏਗੀ। ਜੇ ਕਿਸੇ ਨੇ ਦੋ ਲਫ਼ਜ਼ ਕਹਿ ਵੀ ਦਿੱਤੇ, ਸਹਾਰਿਆ ਜਾਏਗਾ, ਭਲਾ ਤੇਰਾ। ਦੇਖੋ ਤਬਦੀਲੀ ਕਿੱਥੇ ਹੈ। ਇਸ ਤਬਦੀਲੀ ਨੂੰ ਥੋੜ੍ਹਾ ਜਿਹਾ ਵਾਚਣ ਦੀ ਕੋਸ਼ਿਸ਼ ਕਰੋ। ਕਿੱਥੇ ਅਸੀਂ ਹਉਮੈ ਦੇ ਵਿੱਚ ਵਿਚਲਤ ਹੁੰਦੇ ਸੀ, ਕਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਅਸੀਂ ਵਿਚਲਤ ਹੁੰਦੇ ਹਾਂ, ਸਾਡਾ ਅੰਦਰੋਂ ਹਿੱਲ ਜਾਂਦੇ ਹਾਂ ਅਸੀਂ ਚੰਗੀ ਤਰ੍ਹਾਂ। ਉੱਥੋਂ ਹੀ ਸਾਡੇ ਰੋਗ, ਸਰੀਰਕ ਰੋਗ ਉਤਪੰਨ ਹੁੰਦੇ ਨੇ। ਇਸ ਨਾਮ ਨੇ ਸਾਡੇ ਮਨ ਨੂੰ ਟਿਕਾਓ ਦੇ ਵਿੱਚ ਲੈ ਆਉਣਾ ਹੈ। ਇਸ ਨਾਮ ਨੇ ਸਾਡਾ ਜੋ ਮਨ ਵਿਚਲਤ ਹੋ ਰਿਹਾ ਉਸ ਨੂੰ ਟਿਕਾਓ ਦੇ ਵਿੱਚ ਲੈ ਆਉਣਾ ਹੈ। ਕਿਵੇਂ? ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੰਟਰੋਲ ਵਿੱਚ ਲਿਆ ਕੇ। ਇਸ ਵਕਤ ਸਾਡਾ ਮਨ ਸਾਨੂੰ ਕੰਟਰੋਲ ਕਰ ਰਿਹਾ ਹੈ। ਸਾਨੂੰ ਕਹਿੰਦਾ ਗੁੱਸਾ ਕਰ, ਸਾਨੂੰ ਕਹਿੰਦਾ ਹੰਕਾਰ ਕਰ, ਸਾਨੂੰ ਕਹਿੰਦਾ ਲੋਭ ਕਰ, ਸਾਨੂੰ ਕਹਿੰਦਾ ਮੋਹ ਪਾ, ਕਾਮ 'ਚ ਆ ਜਾ। ਇਹ ਸਾਡਾ ਮਨ ਕਹਿ ਰਿਹਾ ਸਾਨੂੰ ਡਾਇਰੈਕਟ ਕਰ ਰਿਹਾ, ਸਾਨੂੰ ਡਰਾਈਵ ਕਰ ਰਿਹਾ ਹੈ। ਲੇਕਿਨ ਪਹੁੰਚਣਾ ਕਿੱਥੇ ਹੈ? ਪਹੁੰਚਣਾ ਅਸੀਂ ਮਨ ਨੂੰ ਡਰਾਈਵ ਕਰਨਾ ਹੈ। ਜਦੋਂ ਅਸੀਂ ਇਸ ਸਟੇਜ ਤੇ ਆ ਗਏ ਨਾ ਜੀ, ਸਾਡੇ ਰੋਗ ਖਤਮ ਹੋ ਜਾਣੇ ਹੈ। ਸਾਡਾ ਮਨ ਸਾਡੇ ਕੰਟਰੋਲ ਦੇ ਵਿੱਚ ਆ ਜਾਣਾ ਹੈ ਔਰ ਸਾਡਾ ਵਿਚਲਤਪਣਾ ਜੋ ਸਾਡੇ ਚਲਾਏਮਾਨ ਮਨ ਨੇ ਸਾਡੇ ਅੰਦਰ ਕ੍ਰੀਏਟ ਕੀਤਾ ਹੋਇਆ ਸੀ ਉਹ ਖਤਮ ਹੋ ਜਾਏਗਾ। ਟਿਕਾਓ ਦੇ ਵਿੱਚ ਮਨ ਆ ਗਿਆ, ਸਾਡੀ ਸ਼ਖਸੀਅਤ ਟਿਕਾਓ ਦੇ ਵਿੱਚ ਆ ਗਈ। ਔਰ ਜਦੋਂ ਇਹ ਚੀਜ਼ਾਂ ਵਾਪਰਦੀਆਂ ਨੇ ਨਾ ਜੀ, ਸਾਡੇ ਚਿਹਰੇ ਤੇ ਝਲਕਦੀਆਂ ਨੇ ਇਹ ਚੀਜ਼ਾਂ। ਆਪਾਂ ਕਹਿੰਦੇ ਨਾ ਫਲਾਣੇ ਸੰਤ ਮਹਾਂਪੁਰਖ ਦੇ ਚਿਹਰੇ ਤੇ ਬੜੀ ਆਭਾ ਹੈ। ਉਹ ਆਭਾ ਕਿਉਂ ਹੈ? ਮਨ ਟਿਕਿਆ ਹੋਇਆ ਹੈ, ਮਨ ਕੰਟਰੋਲ ਦੇ ਵਿੱਚ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰਨੇ ਨਹੀਂ ਹੈ, ਇਹ ਤਾਂ ਹਥਿਆਰ ਨੇ। ਇਹਨਾਂ ਤੋਂ ਬਿਨਾਂ ਤਾਂ ਸਮਾਜ ਦੇ ਵਿੱਚ ਚੱਲਿਆ ਹੀ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਨੇ, ਜਿਨ ਮਿਲ ਮਾਰੇ ਪੰਜ ਪੀਰ, ਐਸੋ ਕੌਣ ਬਲੀ ਰੇ। ਉਹ ਮਾਰਨਾ ਕੀ ਹੈ? ਉਹ ਮਾਰਨਾ ਕੰਟਰੋਲ ਕਰਨਾ। ਜਦੋਂ ਲੋੜ ਹੈ ਉਦੋਂ ਕ੍ਰੋਧ ਵੀ ਕਰਨਾ। ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਲੋਭ ਤੋਂ ਬਿਨਾਂ ਪਰਿਵਾਰ ਨਹੀਂ ਪਾਲ ਸਕਦੇ, ਕੰਟਰੋਲ 'ਚ, ਲੇਕਿਨ ਸੀਮਾ 'ਚ। ਸਾਨੂੰ ਗਿਆਤ ਹੋ ਜਾਏਗਾ ਨੌਲੇਜ, ਵਿਜ਼ਡਮ ਐਂਡ ਕੰਸੈਂਟਰੇਸ਼ਨ ਜਿਹੜੀ ਪਰਮੇਸ਼ਰ ਤੋਂ ਲੈਣੀ ਹੈ, ਸੁਮਤ ਗਿਆਨ ਧਿਆਨ ਜਿਨ ਦੇ, ਉਸ ਨੇ ਸਾਨੂੰ ਜਾਚਨਾ ਦੇ ਦੇਣੀ ਹੈ, ਸਾਨੂੰ ਸਮਝਾ ਦੇਣਾ ਕਿ ਇਹਦੀ ਲਿਮਿਟ ਕਿੱਥੇ ਹੈ। ਇੰਨਾ ਕੁ ਵਰ ਤੇ ਇਸ ਤੋਂ ਬਾਅਦ ਇਹਨੂੰ ਖਿੱਚ ਲੈ। ਉਹੀ ਕਬੀਰ ਜੀ ਇੱਥੇ ਕਹਿੰਦੇ ਨੇ, ਘਟ ਦੀਪਕ ਰਹਿਆ ਸਮਾਈ। ਹੁਣ ਉਹ ਦੀਪਕ ਕਹਿੰਦੇ ਮੇਰੇ ਘਟ ਦੇ ਵਿੱਚ ਜਗ ਗਿਆ। ਫਿਰ ਕੀ ਹੋਇਆ? ਕਹਿ ਕਬੀਰ ਅਬ ਜਾਣਿਆ। ਹੁਣ ਕਹਿੰਦੇ ਮੈਨੂੰ ਜਾਚ ਆਈ ਹੈ। ਅਸੀਂ ਤਾਂ ਪਤਾ ਨਹੀਂ ਕੀ ਕਰੀ ਜਾਂਦੇ ਹਾਂ। ਮਾਫ ਕਰਨਾ, ਰੋਣਾ ਆਉਂਦਾ ਕਈ ਵਾਰੀ ਸਾਨੂੰ। ਅਸੀਂ ਸੇਵਾਵਾਂ ਕਰੀ ਜਾਂਦੇ ਹਾਂ ਜਿਵੇਂ ਸਾਨੂੰ ਬਹੁਤ ਕੁਝ ਪਤਾ ਹੈ। ਕਬੀਰ ਸਾਹਿਬ ਕਹਿੰਦੇ ਮੈਂ ਹੁਣ ਜਾਣਿਆ ਜਦ ਮੇਰੇ ਅੰਦਰ ਘਟ ਦੀਪਕ ਜਗਿਆ। ਉਹ ਜਦੋਂ ਉਹ ਪਰਮੇਸ਼ਰ ਔਰ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਉਦੋਂ ਮੈਨੂੰ ਪਤਾ ਲੱਗਿਆ। ਅਸੀਂ ਇੰਨਾ ਹੀ ਜਾਚਨਾ ਕਰ ਲਈਏ, ਅਰਦਾਸ ਕਰ ਲਈਏ ਪਰਮੇਸ਼ਰ ਅੱਗੇ, ਪਾਤਸ਼ਾਹ ਪਤਾ ਕੁਛ ਨਹੀਂ, ਕਰ ਕਿਰਪਾ, ਮੋਹੇ ਨਾਮ ਦਿਓ। ਉਹ ਮੈਨੂੰ ਨਾਮ ਦੇ ਦੇ, ਮੈਂ ਤੇਰੀਆਂ ਸੇਵਾਵਾਂ ਤਾਂ ਕਰ ਲਾਂ, ਮੈਂ ਤੇਰੀਆਂ ਸੇਵਾਵਾਂ ਜੋਗਾ ਤਾਂ ਹੋ ਜਾ। ਮੈਂ ਚੌਰ ਕਰਨਾ ਹੈ, ਮੈਂ ਰਮਾਲਾ ਚੜਾਉਣਾ ਹੈ। ਇਹ ਸੇਵਾ ਹੈ ਹੀ ਨਹੀਂ। ਕੋਈ ਹੋਰ ਚੌਰ ਕਰਨ ਆ ਗਿਆ, ਲੈ ਸੱਜਣਾ ਤੂੰ ਕਰ ਲੈ। ਸੇਵਾ ਕਿਸੇ ਨੂੰ ਦੇਣੀ ਵੀ ਇੱਕ ਬਹੁਤ ਵੱਡੀ ਸੇਵਾ ਹੈ। ਸੇਵਾ ਕਿਸੇ ਨੂੰ ਸਿਖਾਉਣੀ ਵੀ ਕਿਵੇਂ ਕਰਨੀ ਹੈ, ਬਹੁਤ ਵੱਡੀ ਸੇਵਾ ਹੈ। ਆਪ ਸਿੱਖੋ, ਹੋਰਨਾਂ ਨੂੰ ਸਿਖਾਓ। ਨਿਮਾਣਤਾ, ਨਿਮਰਤਾ, ਨਿਮਾਣਤਾ ਨਿਮਰਤਾ ਆਪਣੇ ਕੀਤਿਆਂ ਨਾ ਕਰੀਏ।
ਗੁਰੂ ਤੋਂ ਲੈ ਕੇ ਕਰੀਏ। ਜੇ ਨਿਮਾਣਤਾ ਅਸੀਂ ਦਿਖਾਵੇ ਵਜੋਂ ਕਰਦੇ ਰਹੇ ਨਾ, ਬਹੁਤ ਲੋਕ ਮਿੱਠਾ ਬੋਲਦੇ ਨੇ, ਬੜਾ ਹੀ ਮਿੱਠਾ ਬੋਲਦੇ ਨੇ। ਮਾੜੀ ਜੀ ਤੀਲੀ ਲਾ ਕੇ ਦੇਖਿਓ ਉਹਨਾਂ ਨੂੰ ਕਿਵੇਂ ਅੱਗ ਬਬੂਲੇ ਹੁੰਦੇ, ਅੰਦਰ ਅੱਗ ਬਲ ਰਹੀ ਹੈ। ਤੁਸੀਂ ਉਸ ਅੱਗ ਨੂੰ ਸਵਾਹ ਦੇ ਹੇਠ, ਜਿਵੇਂ ਪਾਥੀ ਦੱਬ ਕੇ ਅੱਗ ਦੱਬਦੀਆਂ ਨੇ ਨਾ ਬੀਬੀਆਂ ਪਿੰਡਾਂ 'ਚ, ਰਾਤ ਨੂੰ ਪਾਥੀ ਸਵਾਹ ਦੇ ਜਲਦੀ ਧੁਖਦੀ ਪਾਥੀ ਹੈ ਜਿਹੜੀ ਸਵਾਹ ਦੇ ਥੱਲੇ ਦੱਬ ਦਿੰਦੀਆਂ ਨੇ ਤਾਂ ਕਿ ਸਵੇਰੇ ਇਸ ਦੀ ਅੱਗ ਬਾਲ ਲਈਏ। ਇਹੋ ਹੀ ਕੰਮ ਸਾਡੇ ਘਟਾਂ ਦਾ। ਅੰਦਰ ਅਸੀਂ ਬਲਦੀ ਪਾਥੀ ਬਾਲੀ ਹੋਈ ਆ, ਮੂੰਹ ਤੋਂ ਭਾਵੇਂ ਜਿੰਨੇ ਮਰਜ਼ੀ ਮਿੱਠੇ ਹੋ ਜਾਈਏ। ਉਹ ਜਦ ਤੱਕ ਉਹ ਨਹੀਂ ਬੁਝਦੀ, ਉਹ ਕਿਵੇਂ ਬੁਝੂਗੀ? ਘੱਟ ਦੀਪਕ ਰਹਿਆ ਸਮਾਏ। ਉਹ ਜੋ ਦੀਪਕ ਦੀਵਾ ਜਦੋਂ ਨਾਮ ਦਾ ਅੰਦਰ ਜਗ ਗਿਆ ਨਾ, ਪਰਮੇਸ਼ਰ ਅਕਾਲ ਪੁਰਖ ਵਸ ਗਿਆ ਨਾ ਅੰਦਰ, ਜੋ ਫਿਰ ਉਸ ਅੱਗ ਨੇ ਬੁਝਣਾ। ਜਿੱਦਣ ਉਹ ਅੱਗ ਬੁਝੀ, ਆਪਣੇ ਆਪ ਹੀ ਤੁਹਾਡੇ ਮੁੱਖਾਂ ਦੇ ਉੱਤੇ ਨਿਮਾਣਤਾ ਆ ਜਾਣੀ ਹੈ। ਮੇਰੇ ਵਰਗਾ ਹੁਣ ਇੱਥੇ ਸਟੇਜ ਤੇ ਬੈਠਾ ਬਹੁਤ ਵਧੀਆ ਮਿੱਠਾ ਬੋਲਦਾ, ਬਾਹਰ ਜਾ ਕੇ ਕਿਸੇ ਨਾਲ ਤੂੰ ਮੈਂ ਹੋ ਗਈ ਸ਼ੁਰੂ, ਫਿਰ ਹਾਲ ਦੇਖਿਓ ਕੀ ਹੈ। ਇਹ ਅੰਦਰ ਅੱਗ ਹੈ। ਉਹ ਅੱਗ ਕਬੀਰ ਜੀ ਕਹਿੰਦੇ ਮੈਨੂੰ ਹੁਣ ਪਤਾ ਲੱਗਿਆ ਵੀ ਮੇਰੇ ਅੰਦਰ ਉਹ ਅੱਗ ਸੀ ਜਦੋਂ ਪਰਮੇਸ਼ਰ ਵਸਿਆ। ਜਬ ਜਾਣਿਆ ਤੋ ਮਨ ਮਾਨਿਆ, ਹੁਣ ਕਹਿੰਦੇ ਮਨ ਮੰਨ ਗਿਆ। ਆ ਗਈ ਨਾ ਜੀ ਉਹੀ ਗੱਲ, ਮਨ ਮੰਨ ਗਿਆ ਭਾਵ ਹੁਣ ਮਨ ਮੇਰੀ ਮੰਨਣ ਲੱਗ ਗਿਆ। ਆਹ ਸਟੇਜ ਤੇ ਕਹਿੰਦੇ ਮੈਂ ਪਹੁੰਚ ਗਿਆ, ਹੁਣ ਮਨ ਮੈਨੂੰ ਨਹੀਂ ਮਨਾਉਂਦਾ, ਮੈਂ ਮਨ ਨੂੰ ਮਨਾਉਂਦਾ ਵੀ ਕਰ ਆਹ ਕੰਮ, ਕਰ ਆਹ ਕੰਮ ਕਰਨਾ ਆਪਾਂ ਨੇ, ਇੱਥੋਂ ਤੱਕ ਕਰਨਾ, ਬਸ ਬਹਿ ਜਾ ਆਰਾਮ ਨਾਲ, ਟਿਕ ਜਾ। ਮਨ ਦੀ ਸਪੀਡ ਬਹੁਤ ਹੈ। ਮਨ ਦੀ ਸਪੀਡ ਨੂੰ ਕੰਟਰੋਲ ਕਰਨ ਵਾਲੀ ਇੱਕੋ ਹੀ ਚੀਜ਼ ਹੈ, ਨਾਮ ਪਦਾਰਥ। ਇਸ ਤੋਂ ਬਿਨਾਂ ਮਨ ਕੰਟਰੋਲ ਹੋ ਨਹੀਂ ਸਕਦਾ। ਮਨ ਪ੍ਰਬੋਧੋ, ਪੜ੍ਹਦੇ ਆ ਨਾ ਜੀ ਸੁਖਮਨੀ ਸਾਹਿਬ, ਮਨ ਪ੍ਰਬੋਧੋ ਹਰ ਕੈ ਨਾਏ। ਇਹ ਸੰਗਲ ਪਾਉਂਦਾ, ਨਾਮ ਸੰਗਲ ਪਾਉਂਦਾ ਮਨ ਨੂੰ। ਉਦਾਹਰਨ ਲੈ ਲਓ, ਇੱਥੇ ਬੈਠੇ ਆ ਆਪਾਂ, 1 ਸੈਕਿੰਡ ਤੁਹਾਡਾ, 1 ਫ੍ਰੈਕਸ਼ਨ ਆਫ ਸੈਕਿੰਡ ਦੇ ਵਿੱਚ ਜੇ ਤੁਹਾਡਾ ਕੋਈ ਸੱਜਣ ਮਿੱਤਰ ਅਮਰੀਕਾ ਬੈਠਾ, ਉਹਦੇ ਕੋਲ ਪਹੁੰਚ ਜਾਓਗੇ। ਆਹ ਮਨ ਦੀ ਸਪੀਡ ਹੈ। ਤੁਹਾਡੀਆਂ ਬਿਰਤੀਆਂ, ਸਰੀਰ ਤੁਹਾਡਾ ਇੱਥੇ, ਬਿਰਤੀਆਂ ਸਮੇਤ ਉਹਦੇ ਕੋਲ ਪਹੁੰਚ ਜਾਓਗੇ। ਸੋਚਣ ਲੱਗ ਜਾਓਗੇ, ਜਾਚਣ ਲੱਗ ਜਾਓਗੇ ਕਿ ਕੀ ਕਰਦਾ ਹੋਏਗਾ ਉਹ। ਮਨ ਦੀ ਸਪੀਡ ਹੈ। ਇਸ ਸਪੀਡ ਨੂੰ ਜਦੋਂ ਇਤਨੀ ਤੀਵਰਤਾ, ਇਹ ਇੱਕ ਬਹੁਤ ਵੱਡੀ ਸ਼ਕਤੀ ਹੈ, ਇਤਨੀ ਵੱਡੀ ਸ਼ਕਤੀ ਹੈ। ਮਹਾਰਾਜ ਨੇ ਇਸ ਨੂੰ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਤਨੀ ਵੱਡੀ ਤਾਕਤ ਹੈ। ਔਰ ਇਹ ਤਾਕਤ ਜਦੋਂ ਸੰਜੋਈ ਜਾਵੇ, ਖਿੰਡੀ ਪਈ ਹੈ ਨਾ ਜੀ, ਹੁਣ ਵੱਖ-ਵੱਖ ਗੱਲਾਂ ਵੱਲ ਖਿੰਡਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਲ ਇਹ ਮਨ ਭਜਾਉਂਦਾ ਹੈ, ਸਾਨੂੰ ਖਿੰਡਿਆ ਪਿਆ। ਜਦੋਂ ਇਹ ਸੰਜੋਇਆ ਜਾਂਦਾ ਹੈ, ਤੁਸੀਂ ਆਪ ਹੀ ਅਹਿਸਾਸ ਕਰ ਲਓ ਕਿਤਨੀ ਤਾਕਤ ਤੁਹਾਡੇ ਕੰਟਰੋਲ ਦੇ ਵਿੱਚ ਆ ਗਈ। ਆਹੀ ਫਰਕ ਹੈ ਜੀ ਆਪਣੇ ਔਰ ਮਹਾਂਪੁਰਖਾਂ 'ਚ। ਆਪਾਂ ਕਹਿੰਦੇ ਹਾਂ ਨਾ ਕਿ ਉਸ ਮਹਾਂਪੁਰਖ ਦੇ ਕੋਲ ਵਾਕ ਸਿੱਧੀ ਹੈ, ਬੜੀ ਤਾਕਤ ਹੈ, ਬੜੀ ਸ਼ਕਤੀ ਹੈ ਉਹਨਾਂ ਦੀ। ਆਹ ਮਨ ਦੀ ਸ਼ਕਤੀ ਹੈ। ਜਦੋਂ ਜਿੱਥੇ ਜ਼ਰੂਰਤ ਹੋਵੇ ਉਹਨੂੰ ਵਰਤ ਲੈਂਦੇ ਨੇ, ਅਜਾਈ ਨਹੀਂ ਜਾਣ ਦਿੰਦੇ। ਪਰਉਪਕਾਰ ਹਿੱਤ ਵਰਤਦੇ ਨੇ, ਉਸ ਨੂੰ ਭਲੇ ਵਾਸਤੇ ਕਿਸੇ ਦੇ ਵਰਤਦੇ ਨੇ। ਇਹ ਟਿਕਾਓ ਹੈ ਜੀ ਮਨ ਦਾ। ਇਹ ਮਿਲਣਾ ਸੁਮਤ ਗਿਆਨ ਧਿਆਨ, ਜਿਨ ਦੇ ਜਨ ਦਾਸ ਨਾਮ ਧਿਆਵੇ ਸੇ। ਕਬੀਰ ਸਾਹਿਬ ਅੱਗੇ ਕੀ ਕਹਿੰਦੇ ਨੇ? ਕਹਿੰਦੇ ਮਨ ਮਾਨੇ ਲੋਗ ਨਾ ਭਤੀਜੇ। ਕਹਿੰਦੇ ਇਸ ਚੀਜ਼ ਦੇ ਨਾਲ ਲੋਕਾਂ ਨੂੰ ਤਸੱਲੀ ਨਹੀਂ ਹੁੰਦੀ। ਕਿਵੇਂ? ਉਦਾਹਰਨ ਫੇਰ ਲਈਏ, ਪ੍ਰਮਾਣ ਦੇਣੇ ਜ਼ਰੂਰੀ ਨੇ ਕਿ ਬਿਨਾਂ ਪ੍ਰਮਾਣ ਨਾ ਸਿੱਧ ਅਤੇ ਸ਼ਾਸਤਰ ਦਾ ਸਿਰਲੇਖ ਹੈ। ਆਪਾਂ ਇੱਥੇ ਆਉਂਦੇ ਹਾਂ, ਮੰਗਾ ਮੰਨਦੇ ਹਾਂ, ਸਾਡਾ ਮਨ ਇਹੋ ਹੀ ਇਸ ਦੇ ਉੱਤੇ ਹੀ ਲੱਗਿਆ ਹੋਇਆ
ਕਿਸੇ ਨੂੰ ਬਾਹਰ ਜਾ ਕੇ ਪੁੱਛ ਲਓ ਜੀ, ਹਾਂਜੀ ਸਿੰਘ ਸ਼ਹੀਦਾਂ ਦੀ ਕੀ ਮਹਾਨਤਾ। ਮਹਾਰਾਜ ਇੱਕ ਵਾਰੀ ਅਰਦਾਸ ਕਰੋ ਤਾਂ ਸਹੀ, ਸਾਰੀਆਂ ਚੀਜ਼ਾਂ ਪੂਰੀਆਂ। ਕੀ ਚੀਜ਼ਾਂ? ਜੋ ਪਦਾਰਥ ਮੰਗੇ। ਆ ਵਪਾਰ ਕਰਨ ਆਉਂਦੇ ਆ ਅਸੀਂ ਗੁਰੂ ਘਰ। ਕਹਿੰਦੇ ਜੀ ਮੈਂ ਸੁਖਿਆ ਬਾਬਾ ਜੀ ਅੱਗੇ ਕਿ 40 ਦਿਨ ਆਊਂਗਾ, ਮੇਰੀ ਆ ਮੁਰਾਦ ਪੂਰੀ ਕਰ ਦਿਓ। ਹੋ ਗਈ ਜੀ ਪੂਰੀ, ਮੈਂ ਹੁਣ 40 ਦਿਨ। ਉਹ ਅਸੀਂ ਵਪਾਰ ਕਰਨ ਆਉਂਦੇ ਆ ਬਾਬਾ ਜੀ ਕੋਲ। ਇਸੇ ਲਈ ਕਬੀਰ ਸਾਹਿਬ ਕਹਿੰਦੇ ਮਨ ਮਾਨੇ ਲੋਗ ਨਾ ਭਤੀਜੇ। ਲੋਗ ਇਹ ਨਹੀਂ ਕਹਿੰਦੇ ਮੇਰੇ ਮਨ ਨੂੰ ਮੈਂ ਮਨਾ ਲਵਾਂ, ਇਸ ਸਟੇਜ ਤੇ ਬਾਬਾ ਜੀ ਲੈ ਆਓ। ਕਦੇ ਮੰਨਿਆ ਮੰਗੀ ਹੈ ਕਿਸੇ ਨੇ ਮੰਗ ਕਿ ਬਾਬਾ ਜੀ ਮੇਰਾ ਮਨ ਵਿਚਲਤ ਹੈ, ਮੇਰਾ ਮਨ ਚਲਾਏਮਾਨ ਹੈ, ਇਸ ਨੂੰ ਟਿਕਾਓ ਚ ਲਿਆਉਣ ਦੀ ਵਿਧੀ ਦੱਸੋ। ਕਿਸੇ ਨੇ ਨਹੀਂ ਮੰਗਿਆ। ਅਸਲ ਪਦਾਰਥ ਤਾਂ ਇਹ ਹੈ, ਜੋ ਜੋ ਮੰਗੇ ਸੋ ਇਸੇ ਪਾਵੇ। ਉਹ ਤਾਂ ਫਿਰ ਬਾਬਾ ਜੀ ਕਹਿੰਦੇ ਠੀਕ ਹੈ ਚੰਗਾ ਲਈ ਚੱਲ। ਔਰ ਇਹ ਜੋ ਪਦਾਰਥ ਆਪਾਂ ਮੰਗਣ ਆਉਂਦੇ ਆ, ਇਸ ਨੇ ਮਨ ਨੂੰ ਟਿਕਾਉਣਾ ਨਹੀਂ। ਇਸ ਨੇ ਇੱਕ ਹੋਰ ਵਿਚਲਤਾ ਮਨ ਦੀ ਪੈਦਾ ਕਰ ਦੇਣੀ ਹੈ। ਜਿਤਨਾ ਅੱਗੇ ਚਲਾਏਮਾਨ ਸੀ ਨਾ ਸਾਡਾ ਮਨ, ਉਸ ਤੋਂ ਵੱਧ ਸਪੀਡ ਦੇ ਵਿੱਚ ਇਸ ਨੂੰ ਚਲਾਏਮਾਨ ਕਰ ਦੇਣਾ ਹੈ। ਜਿਤਨੀਆਂ ਵੀ ਪਦਾਰਥਕ ਮੰਗਾਂ ਨੇ ਸਾਡੀਆਂ, ਪੁੱਤਰ ਮੰਗ ਲਿਆ ਤੇ ਉਸ ਤੋਂ ਬਾਅਦ ਉਸ ਦੀ ਪਾਲਣ ਪੋਸ਼ਣ ਵਾਸਤੇ, ਪਾਲਣ ਪੋਸ਼ਣ ਹੋ ਗਿਆ ਉਸ ਦੇ ਸਕੂਲਿੰਗ ਵਾਸਤੇ, ਸਕੂਲਿੰਗ ਤੋਂ ਬਾਅਦ ਯੂਨੀਵਰਸਿਟੀ, ਉਸ ਤੋਂ ਬਾਅਦ ਉਹਦੀ ਜੌਬ ਦੀ ਮੰਗ। ਕਿਤੇ ਖਤਮ ਹੋਣੀਆਂ ਗੱਲਾਂ ਹੈ। ਸਕੂਟਰ ਮੰਗ ਲਿਆ, ਕੱਲ ਨੂੰ ਜੀਪ ਦੇ ਦੇ, ਜੀਪ ਮੰਗ ਲਈ ਕੱਲ ਨੂੰ ਕਾਰ ਦੇ ਦੇ, ਕਾਰ ਮੰਗ ਲਈ ਹੋਰ ਵਧੀਆ ਕਾਰ ਦੇ ਦੇ। ਕੋਈ ਲਿਮਿਟ ਤਾਂ ਨਹੀਂ ਹੈ। ਮਾਰੇ ਕਹਿੰਦੇ ਤੂੰ ਪੌੜੀਆਂ ਚੜ੍ਹ, ਪਰ ਕਿਹੜੀਆਂ ਪੌੜੀਆਂ? ਜਪਜੀ ਸਾਹਿਬ ਦਾ ਪਾਠ ਨਿਤ ਕਰਦੇ ਹਾਂ ਆਪਾਂ। ਕਹਿੰਦੇ ਏਤ ਰਾਹ ਪਤ ਪਵੜੀਆਂ ਚੜੀਏ ਹੋਏ ਇੱਕ ਈਸ। ਉਹਨੂੰ 21 ਨਹੀਂ ਪੜ੍ਹਨਾ ਆਪਾਂ ਨੇ, ਇੱਕ ਈਸ। ਉਹ ਜਿਹੜਾ ਇੱਕ ਈਸ਼ਵਰ ਹੈ ਉਹ ਹੋਣਾ ਹੈ, ਉੱਥੇ ਪਹੁੰਚਣਾ ਹੈ। ਉਹ ਪੌੜੀਆਂ ਚੜ੍ਹਨੀਆਂ ਨੇ। ਕਦੀ ਅਸੀਂ ਜਾਚਨਾ ਕੀਤੀ ਹੈ ਵੀ ਉਹ ਪੌੜੀਆਂ ਦੀ ਵੀ ਸਾਨੂੰ ਰਾਹ ਦਿਖਾ ਦੇ ਬਾਬਾ ਜੀ? ਬਾਬਾ ਜੀ ਉਹ ਪੌੜੀਆਂ ਤੇ ਚੜਾਉਣ ਦੀ ਸਾਨੂੰ ਕੋਈ ਵਿਉਂਤ ਦੱਸੋ, ਜਿਸ ਦੇ ਨਾਲ ਤੁਸੀਂ ਇੱਕਮਿਕ ਹੋਏ ਹੋ। ਸਾਨੂੰ ਵੀ ਉਹ ਪੌੜੀਆਂ ਦਾ ਰਾਹ ਦੱਸੋ। ਉਹ ਇੱਕ ਈਸ਼ਵਰ ਅਸੀਂ ਵੀ ਬਣ ਸਕੀਏ, ਜਿਸ ਕਾਰਨ ਅਸੀਂ ਆਏ ਹਾਂ। ਆਪਾਂ ਨੇ ਗੱਲ ਮਨੋਰਥ ਹੀ ਕੀਤੀ ਸੀ ਨਾ। ਭਗਤ ਕਬੀਰ ਜੀ ਨੇ ਸ਼ੁਰੂਆਤ ਦੇ ਵਿੱਚ ਕਿਹਾ ਹੈ ਕਿ ਮੈਂ ਵੇਦ ਪੁਰਾਣੇ ਕਿਉਂ ਪੜ੍ਹਾਂ? ਮਨੋਰਥ। ਸਾਡਾ ਇੱਥੇ ਆਇਆਂ ਦਾ ਮਨੋਰਥ ਹੈ। ਸਾਡਾ ਮਨੋਰਥ ਇਹ ਤਾਂ ਨਹੀਂ ਹੈਗਾ ਵੀ ਹਾਂ ਜੀ ਸਾਡੇ ਬੱਚੇ ਹੋ ਜਾਣ, ਸਾਡੇ ਕੋਲ ਮੁੰਡੇ ਹੋ ਜਾਣ, ਅਸੀਂ ਉਹਨਾਂ ਨੂੰ ਪਾਲ ਲਈਏ, ਉਹਨਾਂ ਦੇ ਬੱਚੇ ਹੋ ਜਾਣ, ਫਿਰ ਉਹਨਾਂ ਨੂੰ ਪਾਲ ਲਈਏ। ਇੱਦਾਂ ਹੀ ਕਰਦੇ ਕਰਾਉਂਦੇ ਆਪਾਂ ਕੋਠੀਆਂ ਕਾਠੀਆਂ ਲੈ ਕੇ ਨਿਬੜ ਜਾਈਏ। ਇਹ ਮਨੋਰਥ ਤਾਂ ਨਹੀਂ ਹੈ। ਕੀ ਬਣਿਆ? ਬਣਿਆ ਤਾਂ ਕੁਛ ਨਹੀਂ ਨਾ। ਮਾਰੇ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ। ਤੂੰ ਤਾਂ ਕੋਈ ਲਾਹਾ ਲੈਣ ਆਇਆ ਸੀ ਇਸ ਜਹਾਨ ਦੇ ਵਿੱਚ। ਕਿਹੜੇ ਕਫੱਕੜ 'ਚ ਲੱਗਿਆ ਹੋਇਆ? ਸਭ ਮੁੱਕਦੀ ਚੱਲੀ ਰਹਿਣ। ਇਹ ਤਾਂ ਬੀਤ ਰਹੀਆਂ ਚੀਜ਼ਾਂ। ਆਵ ਘਟੇ ਤਨ ਛੀਜੇ। ਤਨ ਸਾਡਾ ਛਿਜ ਰਿਹਾ, ਨਿੱਤ ਨਿੱਤ ਧੌਲੇ ਵੱਧ ਰਹੇ ਨੇ ਸਾਡੇ ਅੰਦਰ। ਜਿੰਨੀ ਮਰਜ਼ੀ ਡਾਈਆਂ ਲਾ ਲਈਏ, ਧੌਲੇ ਅੰਦਰੋਂ ਆਉਣੇ ਤਾਂ ਨਹੀਂ ਬੰਦ ਹੋ ਜਾਣੇ। ਇਹ ਤਾਂ ਧੌਲਿਆਂ ਦੀ ਸਟੇਜ ਆ ਗਈ। ਤਨ ਛਿਜ ਰਿਹਾ, ਆਵ ਘਟ ਰਹੀ ਹੈ, ਸਾਡੀ ਅਵਧੀ ਘਟ ਰਹੀ ਹੈ, ਸਾਡੀ ਉਮਰ ਘਟ ਰਹੀ ਹੈ। ਅਸੀਂ ਬੜੇ ਨਹੀਂ ਹੋ ਰਹੇ, ਅਸੀਂ ਘਟ ਰਹੇ ਹਾਂ। ਲੇਕਿਨ ਜੋ ਕਰਨ ਆਏ ਸੀ, ਕੀ ਕਰਨ ਆਏ ਸੀ? ਆ ਜੋ ਕਬੀਰ ਸਾਹਿਬ ਕਹਿ ਰਹੇ ਨੇ ਅੱਜ ਦੇ ਹੁਕਮਨਾਮੇ ਦੇ ਵਿੱਚ, ਘਟ ਦੀਪਕ ਰਹਿਆ ਸਮਾਈ। ਉਹ ਦੀਪਕ ਦੀ ਸਮੋਈ ਸਾਡੇ ਅੰਦਰ ਹੋਣੀ ਸੀ। ਅਸੀਂ ਤਾਂ ਰੱਬ ਨੂੰ ਮਿਲਣ ਆਏ ਸੀ। ਅਸੀਂ ਤਾਂ ਰੱਬ ਦੇ ਨਾਲ ਇੱਕ ਮਿਕ ਹੋਣ ਆਏ ਸੀ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਮਹਾਰਾਜ ਕਹਿੰਦੇ ਗੁਰਬਾਣੀ ਬਣਨ ਆਏ ਸੀ ਤੁਸੀਂ। ਆਪਾਂ ਕਿੱਥੇ ਲੱਗ ਗਏ? ਕਿੱਥੇ ਖੱਚਤ ਹੋ ਗਏ? ਇਹ ਚੀਜ਼ਾਂ ਤਾਂ ਮਹਾਰਾਜ ਨੇ ਵਕਤੀ ਰੂਪ ਦੇ ਵਿੱਚ ਸਾਨੂੰ ਦੇ ਹੀ ਦੇਣੀਆਂ ਨੇ, ਸਾਡੇ ਕਰਮਾਂ ਮੁਤਾਬਿਕ ਜੋ ਅਸੀਂ ਬੀਜ ਕੇ ਆਏ ਹਾਂ। ਔਰ ਉਸ ਤੋਂ ਵੱਧ ਨਹੀਂ ਮਿਲਣੀ। ਗੁਰਬਾਣੀ ਦਾ ਸੰਕੇਤ ਲੈ ਲਓ।
ਲੋੜੇ ਦਾਕ ਬਿਜੌਰੀਆਂ ਕਿੱਕਰ ਬੀਜੈ ਜੱਟ। ਕਿ ਕਰਮਾਂ 'ਚ ਤਾਂ ਤੂੰ ਸੂਲਾਂ ਦੀ ਵਾਲੀ ਕਿੱਕਰ ਬੀਜ ਕੇ ਆਇਆ, ਇਸ ਜਨਮ 'ਚ ਆ ਕੇ ਬਿਜੌਰ ਦੀਆਂ ਦਾਖਾਂ ਕਿੱਥੋਂ ਭਾਲਦਾ ਹੈ? ਔਰ ਮਿਲ ਜਾਣਾ ਤੈਨੂੰ ਆਪਣੇ ਆਪ ਜੋ ਤੇਰੇ ਕਰਮਾਂ ਮੁਤਾਬਿਕ, ਜੋ ਤੇਰੇ ਕੋਲ ਹੈ, ਤੇਰੀ ਝੋਲੀ ਵਿੱਚ ਹੈ, ਜਿਸ ਨੂੰ ਫਰੀਦ ਸਾਹਿਬ ਜੀ ਫਰਮਾਉਂਦੇ ਨੇ, ਤੂੰ ਵੱਥ ਅਸੂਣੀ ਬਣ ਕੇ ਜੋ ਇਸ ਜਹਾਨ ਤੇ ਆਇਆ, ਆਇਓ ਬੰਦਾ ਦੁਨੀ ਵਿੱਚ ਵੱਥ ਅਸੂਣੀ ਬਣ। ਮਹਾਰਾਜ ਕੀ ਕਹਿੰਦੇ ਨੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚੇ ਜਿਤਨੇ ਦਾਣੇ ਤੇਰੀ ਕਿਸਮਤ 'ਚ ਤੈਨੂੰ ਮਿਲ ਜਾਣੇ ਨੇ, ਔਰ ਉੱਥੇ ਤੈਨੂੰ ਖਿੱਚ ਕੇ ਲੈ ਜਾਣਾ। ਕਿਉਂ ਐਵੇਂ ਵਿਚਲਿਤ ਹੋਇਆ? ਅਸੀਂ ਕੀ ਕਰ ਰਹੇ ਹਾਂ? ਵੇਖੋ, ਦਰਿਆ ਇੱਕ ਚੱਲ ਰਿਹਾ ਹੈ। ਦਰਿਆ ਦਾ ਬਹਾਵ ਜੇ ਉੱਤਰ ਤੋਂ ਦੱਖਣ ਵੱਲ ਨੂੰ ਹੈ, ਜੇ ਅਸੀਂ ਦੱਖਣ ਤੋਂ ਉੱਤਰ ਵੱਲ ਨੂੰ ਤਾਰੀ ਲਾਵਾਂਗੇ ਨਾ, ਸਾਡਾ ਸਾਹ ਟੁੱਟ ਜਾਣਗੇ, ਅਸੀਂ ਥੱਕ ਜਾਵਾਂਗੇ। ਜੇ ਅਸੀਂ ਸਵਿਮਿੰਗ ਦਾ, ਤੈਰਾਕੀ ਦਾ ਆਨੰਦ ਲੈਣਾ ਹੈ, ਬਿਹਤਰ ਹੈ ਕਿ ਉੱਤਰ ਤੋਂ ਦੱਖਣ ਵੱਲ ਨੂੰ ਅਸੀਂ ਤਾਰੀ ਲਾਈਏ, ਜਿੱਧਰ ਨੂੰ ਫਲੋ ਹੈ ਪਾਣੀ ਦਾ। ਥੱਕਾਂਗੇ ਨਹੀਂ, ਟੁੱਟਾਂਗੇ ਨਹੀਂ, ਔਰ ਮੰਜ਼ਿਲ ਵੀ ਛੇਤੀ ਪਹੁੰਚ ਜਾਵਾਂਗੇ। ਹੁਣ ਇਹੋ ਹੀ ਬਾਣੀ ਕਹਿੰਦੀ ਹੈ। ਬਾਣੀ ਕਹਿੰਦੀ ਹੈ, ਤੂੰ ਪੁੱਠੇ ਪਾਸੇ ਨੂੰ ਨਾ ਜਾ, ਤੂੰ ਉਹ ਪਦਾਰਥਾਂ ਦੀ ਮੰਗ ਵੱਲ ਨਾ ਜਾ, ਤੂੰ ਪਦਾਰਥਾਂ ਦੀ ਖਿੱਚ ਵੱਲ ਨਾ ਜਾ। ਉਹ ਤਾਂ ਤੈਨੂੰ ਮੈਂ ਸਮੇਂ ਮੁਤਾਬਿਕ, ਤੇਰੇ ਕਰਮਾਂ ਮੁਤਾਬਿਕ ਜੋ ਤੂੰ ਬੀਜ ਕੇ ਆਇਆ ਤੈਨੂੰ ਦੇ ਹੀ ਦੇਣਾ। ਤੂੰ ਚੱਲ ਉਸ ਨਦੀ ਦੇ ਦਰਿਆ ਦੇ ਵਹਾਅ ਵਾਂਗ ਨਾਮ ਵੱਲ ਨੂੰ, ਪਰਮੇਸ਼ਰ ਵੱਲ ਨੂੰ। ਪੰਥ ਦਾ ਆਪਾਂ ਰੌਲਾ ਪਾਉਂਦੇ ਹਾਂ ਨਾ, ਪੰਥ ਕੋਈ ਸਿੱਖਾਂ ਦਾ ਸਮੂਹ ਨਹੀਂ ਹੈ ਨਾ, ਪੰਥ ਹੈ ਉਹ ਰਾਹ, ਉਹ ਰਾਹ ਜਿਸ ਦੇ ਉੱਤੇ ਤੁਰ ਕੇ ਅਸੀਂ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਵਿਲੀਨ ਹੋ ਜਾਣਾ ਹੈ, ਉਹਦੇ ਨਾਲ ਇੱਕ ਮਿਕਤਾ ਹਾਸਲ ਕਰਨੀ ਹੈ, ਉਹਦੇ ਔਰ ਆਪਣੇ ਵਿੱਚ ਭੇਦ ਨਾ ਰਹਿ ਜਾਵੇ। ਉਹ ਰਾਹ ਤੇ ਤੁਰਨਾ ਹੈ ਅਸੀਂ। ਔਰ ਇੱਕ ਹੋਰ ਕਮਾਲ ਦੀ ਗੱਲ ਦੇਖੋ, ਮਹਾਰਾਜ ਕਹਿੰਦੇ ਹਾਸਲ ਤਾਂ ਤੇਰੇ ਐਫਰਟਸ ਨਾਲ ਵੀ ਨਹੀਂ ਹੋਣੀ। ਸੇਵ ਨਾ ਮਿਲਿਓ, ਘਾਲ ਨਾ ਮਿਲਿਓ ਆਏ ਚਿੰਤਾ। ਹੁਣ ਆ ਵੀ ਕਿੱਥੇ ਫਸਾਤਾ ਮਹਾਰਾਜ ਨੇ? ਕਹਿੰਦੇ ਸੇਵਾਵਾਂ ਨਾਲ ਨਹੀਂ ਮਿਲਣਾ। ਮੈਂ ਇਹ ਨਾ ਸੋਚੀ ਪਾਠ ਕਰੀ ਜਾਏਗਾ, ਮੈਂ ਮੇਰੇ ਤੇ ਸਾਨ ਕਰੇਗਾ, ਮੈਂ ਮਿਲ ਜੂ ਤੈਨੂੰ, ਨਾ। ਕਹਿੰਦੇ ਤੂੰ ਸੇਵਾਵਾਂ ਕਰੇਗਾ, ਤੂੰ ਨਾਮ ਜਪੇਗਾ, ਨਾਮ ਅੰਦਰ ਤੇਰੇ ਵਸੇਗਾ, ਮਨ ਤੇਰਾ ਨੀਵਾਂ ਹੋਏਗਾ, ਨਿਮਾਨਤਾ ਤੇਰੇ ਵਿੱਚ ਆਏਗੀ, ਤੂੰ ਮੇਰੇ ਅੱਗੇ ਜਾਚਨਾ ਕਰੇਗਾ ਤਾਂ ਮੈਂ ਕਿਰਪਾ ਕਰੂੰਗਾ। ਗੁਰਸਿੱਖ ਏਕ ਪੈਂਡਾ ਚਾਏ ਚੱਲ, ਇੱਕ ਕਦਮ ਅਸੀਂ ਚੱਲਣਾ ਹੈ, ਸਿਰਫ ਆਹੀ ਕਦਮ ਚੱਲਣਾ ਹੈ। ਪਰਮੇਸ਼ਰ ਮੈਂ ਨਾਮ ਜਪਣ ਜੋਗਾ ਨਹੀਂ, ਮੈਨੂੰ ਨਾਮ ਜਪਾ ਲੈ। ਮੇਰੇ ਅੰਦਰ ਨਾਮ ਨਹੀਂ ਵਸਦਾ, ਮੇਰੇ ਅੰਦਰ ਨਾਮ ਵਸਾ ਦੇ। ਮੈਨੂੰ ਨਾਮ ਦੀ ਕਣੀ ਦੀ ਸੋਝੀ ਨਹੀਂ ਪੈਂਦੀ, ਕਿਣਕਾ ਏਕ ਜਿਸ ਜੀ ਬਸਾਵੈ, ਉਸ ਖੇਡ ਤੇ ਲੈ ਆ ਮੈਨੂੰ। ਅਰਦਾਸ, ਇਹ ਅਰਦਾਸਾਂ ਜਦੋਂ ਕਰਨੀਆਂ ਨੇ ਨਾ ਜੀ, ਫਿਰ ਉਹ ਕਰੋੜ ਪੈਂਡਾ ਅੱਗੇ ਆ ਕੇ ਲੈਂਦਾ ਹੈ। ਕੋਟ ਪੈਂਡਾ ਆਗੇ ਹੋਏ ਲੇਤ ਹੈ, ਬਾਂਹ ਫੜਦਾ। ਫਿਰ ਕਹਿੰਦਾ ਚੱਲ ਰੇ ਬੈਕੁੰਠ ਤੁਝੇ ਲੈ ਤਾਰੂ। ਬਾਣੀ ਕਹਿੰਦੀ ਹੈ। ਫਿਰ ਉਹ ਬਾਂਹ ਫੜ ਕੇ ਕਹਿੰਦਾ ਚੱਲ ਮੈਂ ਤੈਨੂੰ ਹੁਣ ਤਾਰਨਾ। ਤਾਂ ਉਹ ਪੌੜੀਆਂ ਜਿਹੜੀਆਂ ਚੜ੍ਹੀਆਂ ਹੋਏ 21 ਹੈ ਨਾ ਜੀ, ਫਿਰ ਉਹ ਪੌੜੀਆਂ 2-2 3-3 4-4 ਪਤਾ ਨਹੀਂ ਕਿਵੇਂ ਪਰਮਾਤਮਾ ਕਰਵਾ ਦਿੰਦਾ ਹੈ। ਬਸ ਉਸ ਦੀ ਕਿਰਪਾ ਦੇ ਪਾਤਰ ਬਣਨਾ ਆਪਾਂ। ਸਵਾਂਤੀ ਬੂੰਦ ਵਾਸਤੇ ਬਪੀਹਾ ਹੈ ਨਾ ਜਿਹੜਾ, ਆਪਣੀ ਚੁੰਝ ਖੋਲ ਕੇ ਰੱਖਦਾ ਹੈ। ਇੱਦਾਂ ਹੀ ਆਪਾਂ ਆਪਣਾ ਉਂਜਲਾ, ਆਪਣਾ ਭਾਂਡਾ ਤਿਆਰ ਰੱਖਣਾ ਪਰਮੇਸ਼ਰ ਅੱਗੇ ਵੀ ਕਿਰਪਾ ਕਰ ਦੇ, ਮੁੱਦਾ ਨਹੀਂ ਪਾਉਣਾ। ਖੁੱਲਾ ਕਿਵੇਂ ਹੈ? ਉਹਦੇ ਹੁਕਮ ਵਿੱਚ ਆਵਾਂਗੇ ਜਦੋਂ। ਮੁੱਦਾ ਕਿਵੇਂ ਹੈ? ਆਪਣੀ ਮਤ ਮੁਤਾਬਿਕ ਚੱਲਾਂਗੇ। ਸਿੱਧੇ ਪੈਣ ਦੀ ਤਾਕੀਦ ਸਾਹਿਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਨੂੰ ਬੜੇ ਪਿਆਰ ਨਾਲ ਦਿੱਤੀ ਹੈ। ਮਹਾਰਾਜ ਕਹਿੰਦੇ ਹਾਰ ਪਰੇ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਬਸ ਹਮੇਸ਼ਾ ਇਹ ਚੀਜ਼ ਅੰਦਰ ਵਸੀ ਰਹੇ।
ਉਹਦੇ ਅੱਗੇ ਜਦੋਂ ਆਉਂਦੇ ਆ ਢਹਿ ਕੇ ਵੀ ਮੈਨੂੰ ਵਿਵੇਕ ਬੁੱਧ ਅਕਲ ਸਮਤ ਗਿਆਨ ਧਿਆਨ ਦੇ ਦੇ, ਤਾਂ ਜੋ ਮੈਂ ਤੇਰਾ ਨਾਮ ਜਪ ਸਕਾਂ, ਤਾਂ ਜੋ ਤੇਰੇ ਨਾਮ ਦੇ ਨਾਲ ਇੱਕਮਿਕ ਹੋ ਸਕਾਂ। ਇਹ ਅਰਦਾਸ ਦੇ ਨਾਲ ਆਪਾਂ ਜੁੜਨਾ ਹੈ। ਇਸ ਤੋਂ ਬਿਨਾਂ ਸਾਡੀ ਅਰਦਾਸ ਹੋਣੀ ਹੀ ਨਹੀਂ ਚਾਹੀਦੀ। ਅੱਗੇ ਮਹਾਰਾਜ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ, ਕਬੀਰ ਸਾਹਿਬ ਕਹਿੰਦੇ, ਨਾ ਭਤੀਜੈ ਤੋ ਕਿਆ ਕੀਜੈ। ਜੇ ਲੋਕ ਇਸ ਚੀਜ਼ ਨੂੰ ਨਹੀਂ ਮੰਨਦੇ ਕਿ ਮੇਰਾ ਮਨ ਮੇਰੇ ਕੰਟਰੋਲ ਵਿੱਚ ਆ ਜਾਵੇ, ਮੈਨੂੰ ਜੋ ਕੰਟਰੋਲ ਕਰੀ ਫਿਰਦਾ ਹੈ, ਉਸ ਦੀ ਬਜਾਏ ਮੈਂ ਆਪਣੇ ਕੰਟਰੋਲ 'ਚ ਉਸ ਨੂੰ ਲੈ ਲਵਾਂ, ਮਨ ਨੂੰ, ਇਸ ਸਟੇਜ ਦੇ ਉੱਤੇ ਮੈਂ ਆ ਜਾਵਾਂ। ਇਸ ਦੀ ਜਾਚਨਾ, ਇਸ ਦੀ ਲੋੜ ਔਰ ਇਸ ਦੀ ਅਰਦਾਸ ਵਿੱਚ ਜੇ ਉਹ ਨਹੀਂ ਆਉਂਦੇ ਤਾਂ ਮੈਂ ਕੁਝ ਨਹੀਂ ਕਰ ਸਕਦਾ। ਕਬੀਰ ਸਾਹਿਬ ਕਹਿੰਦੇ ਇਸ ਜਾਚਨਾ, ਇਸ ਲੋੜ ਦੇ ਉੱਤੇ ਆਉਣਾ ਹੀ ਪੈਣਾ ਹੈ। ਜਿਹੜੇ ਨਹੀਂ ਆਉਂਦੇ ਫਿਰ ਪਰਮੇਸ਼ਰ ਨੂੰ ਵੀ ਉਸ ਦੀ ਪਰਵਾਹ ਨਹੀਂ ਹੈ। ਪਰਮੇਸ਼ਰ ਵੀ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਜੇ ਉਹ ਬੰਦਾ ਆਪ ਨਾ ਆਪਣਾ ਕੁਝ ਕਰਨਾ ਚਾਹੇ। ਇੱਥੇ ਇੰਨੀ ਇਹ ਇੰਡੀਪੈਂਡੈਂਸ ਹੈ ਸਾਨੂੰ। ਇਸ ਜਹਾਨ ਤੇ ਜਦੋਂ ਪਰਮੇਸ਼ਰ ਨੇ ਸਾਨੂੰ ਭੇਜਿਆ ਨਾ ਜੀ, ਸਾਨੂੰ ਚੰਗਾ ਮੰਦਾ, ਸਾਨੂੰ ਰਾਹ ਉਹਨੇ ਦਰਸਾਤਾ ਕਿ ਵੀ ਇਸ ਤਰੀਕੇ ਦੇ ਨਾਲ ਤੂੰ ਚੱਲਣਾ ਹੈ। ਹੁਣ ਜੇ ਅਸੀਂ ਪੁੱਠੇ ਪਾਸੇ ਨੂੰ ਚੱਲਾਂਗੇ ਨਾ, ਇਹ ਸਾਡੀ ਮੱਤ ਹੈ, ਸਾਨੂੰ ਉਹਨੇ ਇੰਡੀਪੈਂਡੈਂਸ ਦੇ ਦਿੱਤੀ ਵੀ ਤੂੰ ਕਰ ਜੋ ਕਰਨਾ ਹੈ। ਹੁਣ ਜੇ ਤਾਂ ਉਹਦੇ ਕਹੇ ਮੁਤਾਬਿਕ ਚੱਲਾਂਗੇ ਫਿਰ ਤਾਂ ਉਹਦੀ ਹਾਸਲਤਾ ਹੋ ਜਾਏਗੀ, ਫਿਰ ਤਾਂ ਉਸ ਦੇ ਵਿੱਚ ਵਲੀਨਤਾ ਹੋ ਜਾਏਗੀ, ਫਿਰ ਤਾਂ ਅਸੀਂ ਆਉਣ ਜਾਣ ਦੇ ਚੱਕਰਾਂ 'ਚੋਂ ਨਿਬੇੜਾ ਕਰ ਲਾਂਗੇ। ਜੇ ਅਸੀਂ ਫਿਰ ਆਪਣੀ ਮੱਤ ਦੇ ਮੁਤਾਬਿਕ ਚੱਲਦੇ ਰਹੇ, ਆਉਣ ਜਾਣ ਦੇ ਗੇੜੇ ਚੱਲਦੇ ਹੀ ਰਹਿਣੇ ਨੇ, ਨਿਬੜਨੇ ਨਹੀਂ। ਚੰਗੇ ਕਰਮ ਕਰਾਂਗੇ, ਚੰਗੇ ਦੇ ਘਰ ਜਨਮ ਲੈ ਲਾਂਗੇ, ਮੁੜ ਕੇ ਮਾੜੇ ਕਰਮ ਕਰਾਂਗੇ, ਮਾੜਿਆਂ ਦੇ ਜਨਮ ਲੈ ਲਾਂਗੇ। ਇਹ ਕਰਮਾਂ ਨੇ ਸਾਡਾ ਛੁਟਕਾਰਾ ਨਹੀਂ ਕਰਾਉਣਾ। ਔਰ ਸਨਾਤਨ ਮਤ ਜ਼ਿਆਦਾਤਰ ਇਸੇ ਪਿੱਛੇ ਲੱਗੀ ਹੋਈ ਹੈ। ਕਰਮ ਥਿਊਰੀ ਦੇ ਉੱਤੇ ਹੀ, ਕਰਮ ਥਿਊਰੀ ਉਹਨਾਂ ਦੀ ਪ੍ਰਧਾਨ ਹੈ। ਕ੍ਰਿਸਚੀਅਨਿਟੀ ਕਰਮ ਥਿਊਰੀ ਪ੍ਰਧਾਨ ਹੈ, ਨਾਮ ਦੀ ਗੱਲ ਹੀ ਨਹੀਂ। ਉਸ ਨਾਮ ਨੇ ਜਿਸ ਨੇ ਵਲੀਨਤਾ ਕਰਾਉਣੀ ਹੈ, ਉਸ ਦਾ ਕੰਸੈਪਟ ਹੀ ਨਹੀਂ ਹੈ। ਹੁਣ ਆਪਾਂ ਆਨੰਦ ਸਾਹਿਬ 'ਚ ਕੀ ਪੜ੍ਹਦੇ ਹਾਂ? ਇਹ ਮੈਂ ਨਹੀਂ ਕਹਿ ਰਿਹਾ, ਪਰਮੇਸ਼ਰ ਅਕਾਲ ਪੁਰਖ ਸਾਹਿਬ ਆਪ ਫਰਮਾਉਂਦੇ ਨੇ। ਕੀ ਕਹਿੰਦੇ ਨੇ? ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਹੀਂ, ਫਿਰੈ ਜਿਉ ਬੇਤਾਲਿਆ। ਬੇਤਾਲੇ ਵਾਂਗ, ਪਾਗਲਾਂ ਵਾਂਗ ਫਿਰਦਾ, ਕਿਉਂਕਿ ਜੋ ਵੇਦਾਂ ਨੇ ਕਿਹਾ ਕਿ ਨਾਮ ਉੱਤਮ ਹੈ, ਉਹ ਤਾਂ ਸੁਣਦਾ ਹੀ ਨਹੀਂ, ਕਰਮਕਾਂਡ ਵਿੱਚ ਲੱਗਿਆ ਹੋਇਆ। ਆ ਉਪਾਏ ਕਰ ਲੋ, ਆ ਉਪਾਅ ਕਰ ਲੋ, ਇਹਨਾਂ ਹੀ ਕੰਮਾਂ ਵਿੱਚ ਲੱਗਿਆ। ਇਸ ਨੇ ਕੁਛ ਨਹੀਂ ਕਰਾਉਣਾ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਜੋ ਹੋਣਾ ਹੈ ਨਾ, ਉਹ ਹੋ ਕੇ ਰਹਿਣਾ ਹੈ। ਪਰਮੇਸ਼ਰ ਅਕਾਲ ਪੁਰਖ ਦੀ ਕੀਤੀ ਨੂੰ ਟਾਲ ਨਹੀਂ ਅਸੀਂ ਸਕਦੇ, ਕਿਉਂਕਿ ਸਾਡੇ ਕਰਮਾਂ ਮੁਤਾਬਿਕ ਉਸ ਨੇ ਸਾਡਾ ਜੀਵਨ ਬਣਾਉਣਾ ਹੈ। ਜੇ ਕੋਈ ਸਜ਼ਾ ਦੇਣੀ ਹੈ ਤਾਂ ਉਹ ਸਾਨੂੰ ਮਿਲ ਕੇ ਹੀ ਰਹਿਣੀ ਹੈ। ਇਹ ਕਿਸੇ ਦੇ ਕੀਤੇ ਉਪਾਇਆਂ ਨਾਲ ਪਰਮੇਸ਼ਰ ਆਪਣਾ ਕਾਰਜ ਬਦਲ ਦੇਗਾ? ਸਵਾਲ ਹੀ ਪੈਦਾ ਨਹੀਂ ਹੁੰਦਾ। ਸ਼ਿਵ ਜੀ ਨੂੰ ਧਿਆ ਲਓ ਜੀ, ਕਿਉਂ? ਜਿਨ੍ਹਾਂ ਨੇ ਸ਼ਿਵ ਜੀ ਨੂੰ ਧਿਆਇਆ ਹੈ, ਕਿ ਉਹਨੂੰ ਮੌਤ ਨਹੀਂ ਆਈ? ਸ਼ਿਵ ਜੀ ਤਾਂ ਉਹਦਾ ਇੱਕ ਚੇਲਾ ਹੈ। ਜਪਜੀ ਸਾਹਿਬ ਆਪਾਂ ਨਿਤ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਨਾਮ ਦੇ ਦਿੱਤੇ ਮਹਾਰਾਜ ਨੇ। ਆਨੰਦ ਸਾਹਿਬ ਪੜ੍ਹ ਲਓ। शिव सख्त आप उपाय कह करता, आपे हुक्म वरताए, हुक्म वरताए आप वेख्या, गुरमुख किसे बुझाए। ਉਹ शिव जी ਨੂੰ ਧਿਆ ਕੇ ਕੀ ਕਰ ਲਓਗੇ? ਹੁਕਮ ਤਾਂ ਉਸ ਪਰਮੇਸ਼ਰ ਦਾ ਜਿਹੜਾ शिव जी ਦਾ ਮਾਲਕ ਹੈ। ਕਿੱਥੇ ਟਲ ਜੂਗਾ ਹੁਕਮ? ਐਵੇਂ ਪੜਤਾਂ ਦੇ ਪਿੱਛੇ ਲੱਗੇ ਪਏ ਆ ਆਪਾਂ, ਆਹ ਕਰਾ ਲਈਏ, ਉਹ ਕਰਾ ਲਈਏ, ਹਵਨ ਕਰਾ ਲਈਏ, ਉਪਾਏ ਕਰਾ ਲਈਏ। ਨਹੀਂ ਹੋਣੇ, ਬਿਲਕੁਲ ਨਹੀਂ ਹੋਣੇ। ਦਿਮਾਗਾਂ 'ਚੋਂ ਸਿਰੇ ਤੋਂ ਹੀ ਕੱਢ ਦੋ।
ਜੇ ਕਿਤੇ ਕੋਈ ਅਸਰ ਹੋਣਾ ਹੁੰਦਾ ਨਾ ਤਾਂ ਸਾਹਿਬ ਸੱਚੇ ਪਾਤਸ਼ਾਹ ਬਾਣੀ 'ਚ ਲਿਖ ਜਾਂਦੇ ਵੀ ਭਾਈ ਕਰਾ ਲਿਆ ਕਰੋ ਪੰਡਤਾਂ ਤੋਂ ਉਪਾਏ। ਲੇਕਿਨ ਉਹ ਕੀ ਕਹਿ ਰਹੇ ਨੇ? ਉਹ ਤਾਂ ਇਹ ਕਹਿ ਰਹੇ ਨੇ ਸ਼ਿਵ ਸਖਤ ਆਪ ਉਪਾਏ ਕਹਿ। ਇਹ ਸ਼ਕਤੀ ਉਸ ਪਰਮੇਸ਼ਰ ਦੀ ਹੈ ਜਿਹੜੀ ਸ਼ਿਵ ਨੂੰ ਦਿੱਤੀ ਹੈ ਲਹਿਤਾ ਕਰਨ ਦੀ, ਔਰ ਉਹ ਟਾਲ ਨਹੀਂ ਸਕਦਾ ਇਸ ਨੂੰ। शिव सख्त आप उपाय कह करता आपे हुक्म करता है, ओदा हुक्म वो आप दिंदा है। पंडित की कर लूगा? पंडित छड्डो, शिव जी कुछ नहीं कर सकता। और शिव जी भी एक नहीं पता नहीं किन्ने लखां हो चुके ने। ये तो परमेश्वर ने अपने कामकार लिए लाए हुए ने। टल जूगा? नहीं टल सकता। तीन चेले प्रवान, चेला अपने परमेश्वर अपने गुरु का हुक्म टाल सकता है? पॉसीबल है? जपजी साहब नित पढ़ते हैं, तीन चेले प्रवान, चेले ने परमेश्वर अकाल पुरख दे। क्यों इन्हों रब बन्नी बैठे, क्यों इन्हों की पूजा करते हैं? लोड़ नहीं है, पूजा करो केवल अकाल दी, परमेश्वर दी। उस दा नाम ते आओ, ऊंचे उपर ऊंचा ना जो उस तो भी ऊंचा, जो उस नूं बनाउण जोग है। जैसा सेविए तैसा होए। महाराज की बाणी कहते शिव जी नूं आराधी कर जाओगे उहदे वर्गे बन जाओगे, किसी माता नूं आराधोगे उहदे वर्गे बन जाओगे, परमेश्वर नूं आराधोगे परमेश्वर बन जाओगे। महाराज कहते तू परमेश्वर बनना आया है, अब ब्रह्मा विष्णु महेश नहीं बनना आया तू। सो जो अज दा हुक्म कहता है कि पढ़न सुनन नाल कुछ नहीं होना, जिस पढ़न सुनन ने परमेश्वर अकाल पुरख दे विच वलीनता नहीं कराउणी। सो ये फालतू दे जिहड़े फलसफे ने, वेद पुराण सिमरत शास्त्र जो भी हैं, सानू उन्हां दे नेड़े जाण दी लोड़ नहीं, क्योंकि साडा फलसफा जो साहिब सच्चे पातशाह ने गुरु साहिब श्री गुरु ग्रंथ साहिब जी दे रूप दे विच नाम उत्तम बाणी सानू दे दिती है। ये बाणी जी प्रगट हुई है। प्रगट की हुंदा है? तुसी तुहाडे घर दे विच कोई चीज़ है गुआची हुई है, अखों परोखे, वो बाई चांस तुहानू मिल गई, वो प्रगट होगी। सो ये बाणी प्रगट कीती है पातशाह ने। ये बाणी ऑलरेडी इत्थे सी, लेकिन सरगुण रूप दे विच प्रगट करके महाराज ने सानू बख्श दिती। ये नहीं कि बाणी पहला है नहीं सी, बाणी सी, वो प्रगट कीती है पातशाह ने, गुरु साहबाना ने वो प्रगट कीती है। वो किरपा हुई है नानक दी अकाल पुरख दी। और हुई किन्हां दे मुखारबिंद दे थ्रू प्रगट हुई है, जिहड़े रब बन गए। गुरु साहबान, भट्ट साहबान, गुरसिख, भगत जिन्हां दी बाणी है ना जी, ये सारे रब बन चुके, तां इन्हां दे मुखार बिंदां तो पातशाह दी बाणी उचारी है गई, बाणी आई है, इन्हां नूं आयद हुई है। सो सारियां गल्लां छड्ड के, सारे दरवाजे बंद करके इक्को दरवाजा आपां खोलीए, वो गुरु घर दा, गुरु बाणी दा। गुरु घर आउने आ, बाणी पढ़िया करिए। ये बाणी जो जियो जाने तिस अंतर रवै हर नामा। ये बाणी पढ़ना है, सिमरन है। जो ये सिमरांगे तां साडे अंदर वो दीपक जो कबीर साहब दे अंदर बलिया है, वो साडे भी अंदर बल के साडी अंदर दी हनेरे नूं, काम क्रोध लोभ मोह हंकार हौमे दे हनेरे नूं दूर करेगा। चानण हो जाएगा, मन टकाव विच आ जाएगा, खेडां बननियां शुरू हो जाणगियां, अपने आप साडे शरीरां दे तां कष्ट अपने आप खत्म हो जाणगे। सो समय दी समाप्ति है जी। आप जी दे विच पातशाह साहब श्री गुरु दी बाणी
ਔਰ ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਬੇਅਦਬੀਆਂ ਹੋ ਗਈਆਂ ਜੀ। ਅਣਜਾਣ ਨਾ ਸਮਝ ਅਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰ ਦੇਣਾ। ਅੱਗੋਂ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਵਿਚਾਰ ਕਰਨ ਦਾ ਬਲ ਉਦਮ ਸਮਰੱਥਾ ਪਾਤਸ਼ਾਹ ਕੋਲੋਂ ਬਖਸ਼ ਕੇ ਲੈ ਦੇਣਾ। ਸੋ ਨਾ ਵਿਚਰਦਾ ਹੋਇਆ ਆਪ ਜੀ ਦੇ ਵਿੱਚ ਖਿਮਾ ਦਾ ਜਾਚਕ ਹਾਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।